ਜੀ ਮੇਰੀ ਦਾਦੀ ਜੀ ਦੀ ਡੈਥ ਤੋਂ ਬਾਅਦ ਜਦੋਂ ਮੈਂ +2 ਕਰਕੇ ਅਜੇ ਕਲੀਅਰ ਕੀਤੀ ਸੀ +2। ਪਰ ਉਹਦੇ ਦੌਰਾਨ ਜਦੋਂ ਘਰ ਦੇ ਵਿੱਚ ਪ੍ਰੋਬਲਮ ਆਈ ਕਿ ਰੋਟੀ ਪਾਣੀ ਬਣਾਉਣ ਦੀ, ਔਰ ਉਦੋਂ ਦਾਦਾ ਜੀ ਨੂੰ ਮਜਬੂਰਨ ਜਿਹੜੀ ਮੇਰੀ ਸ਼ਾਦੀ ਹੈ ਉਹ ਅੰਡਰ ਏਜ ਦੇ ਵਿੱਚ ਕਰਨੀ ਪਈ। ਮਿਲਣੇ ਸ਼ੁਰੂ ਹੋਏ ਕਿ ਮੇਰੀ ਸਟੋਰੀ ਕੁਝ ਹੋਰ ਸੀਗੀ। ਮੇਰੇ ਇਕੱਲੇ ਫਾਦਰ ਸਾਹਿਬ ਦੀ ਡੈਥ ਹੋਈ ਸੀ, ਮੇਰੀ ਮਾਂ ਇਸ ਦੁਨੀਆ ਦੇ ਵਿੱਚ ਅਜੇ ਵੀ ਹੈ। ਤਾਂ ਉਸ ਸਮੇਂ ਦੌਰਾਨ ਮੈਂ ਆਪਣੇ ਦੋਸਤਾਂ ਮਿੱਤਰਾਂ ਨਾਲ ਕਈ ਵਾਰ ਗੱਲ ਕਰਨੀ, ਘਰ ਦੇ ਵਿੱਚ ਆਪਣੇ ਬੱਚਿਆਂ ਨਾਲ ਗੱਲ ਕਰਨੀ, ਆਪਣੀ ਬੇਟੀ ਨਾਲ ਗੱਲ ਕਰਨੀ, ਰੋ ਪੈਣਾ, ਵਿਰਾਗ 'ਚ ਆਉਣਾ। ਤਾਂ ਉਹਨਾਂ ਨੇ ਮੈਨੂੰ ਇਹੀ ਕਹਿਣਾ, ਹਸਬੈਂਡ ਦੀ ਡੈਥ ਹੋਈ ਹੋਏ, ਤੁਸੀਂ ਉਹਨਾਂ ਨੂੰ ਵਾਪਸ ਲਿਆਂਦਾ ਹੈ, ਉਹਨਾਂ ਦਾ ਕੋਈ ਬੇਟਾ ਹੋਵੇ। ਤਾਂ ਉਹਨਾਂ ਨੇ ਥੋੜਾ ਝਿਜਕਾਉਂਦਿਆਂ ਹੋਇਆ ਦੱਸਿਆ ਕਿ ਹਾਂ, ਇੱਕ ਮੇਰੀ ਬੇਟੀ ਹੈ, ਸ਼ਾਇਦ ਉਹਨਾਂ ਦਾ ਮੇਰੇ ਨਾਨਕੇ ਪਰਿਵਾਰ ਨੇ ਉਹਨਾਂ ਦਾ ਨਾਮ ਗੋਗੀ ਰੱਖਿਆ ਸੀਗਾ, ਔਰ ਇੱਧਰ ਮੈਂ ਜਿਹੜੀ ਮੇਰੀ ਮਾਤਾ ਦਾ ਨਾਮ ਹਰਜੀਤ ਗਲੇ ਨਾਲ ਲਾਇਆ। ਜੀ ਜੀ ਜੀ, ਇਹ ਤੁਹਾਡਾ ਜ਼ਿੰਦਗੀ ਦਾ ਸਫ਼ਰ ਤੁਸੀਂ ਤੈਅ ਕੀਤਾ। ਮਾਂ ਦੇ ਚਰਨਾਂ ਵਿੱਚ ਤੁਸੀਂ ਆਪਣਾ ਸਿਰ ਝੁਕਾਇਆ, ਨਤਮਸਤਕ ਹੋਏ, ਮਾਤਾ ਦਾ ਪਿਆਰ ਗਲ ਬੱਕੜੀ ਵਿੱਚ ਲਿਆ, ਭੁੱਬਾ ਮਾਰ ਕੇ। ਭਾਈ ਜਗਜੀਤ ਸਿੰਘ ਜੀ ਜਿਹੜੇ ਕਿ ਜਿਨ੍ਹਾਂ ਦਾ ਕੀਰਤਨ ਜਥਾ ਹੈ, ਕੀਰਤਨ ਕਰਦੇ ਨੇ, ਔਰ ਗੁਰੂ ਮਹਾਰਾਜ ਦੀ ਬੜੀ ਬਖਸ਼ਿਸ਼ ਹੈ। ਛੋਟੀ ਉਮਰ ਦੇ ਵਿੱਚ ਮਾਂ ਬਾਪ ਤੋਂ ਕਿਵੇਂ ਕਿਸ ਤਰ੍ਹਾਂ ਵੱਖ ਹੋਇਆ, ਬਾਬਾ ਦਾਦੀ ਨੇ ਇਸ ਨੂੰ ਸੰਭਾਲਿਆ ਅਤੇ ਇਸ ਨੂੰ ਇੱਕ ਚੰਗੇ ਰਸਤੇ ਪਾਇਆ, ਅਤੇ ਇੱਕ ਸਿੱਖੀ ਜੀਵਨ ਮੁੱਢ ਤੋਂ ਹੀ ਕਿਵੇਂ ਕਿਸ ਤਰ੍ਹਾਂ ਉਹਨਾਂ ਨੇ ਬਤੀਤ ਕੀਤਾ ਮਾਂ ਦੀ ਮਮਤਾ ਤੋਂ ਬਗੈਰ। ਇੱਕ ਇਹ ਵਿਛੋੜੇ ਵਾਲਾ ਸਫ਼ਰ ਜਿਹੜਾ ਹੈ, ਦਰਦ ਵਾਲਾ ਸਫ਼ਰ, ਉਹ ਅਸੀਂ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹਾਂ। ਭਾਈ ਜਗਜੀਤ ਸਿੰਘ ਸਾਡੀ ਲਾਈਨ ਤੇ ਨੇ, ਜੋ ਕਿ ਆਪਣੀ ਮਾਤਾ ਨੂੰ ਕਿਵੇਂ ਕਿਸ ਤਰ੍ਹਾਂ ਮਿਲਦੇ ਨੇ। ਭੁੱਬਾ ਮਾਰ ਕੇ ਰੋ ਰਿਹਾ ਪਰਿਵਾਰ ਦੇਖ ਨਹੀਂ ਹੁੰਦਾ, ਸੁਣ ਨਹੀਂ ਹੁੰਦਾ, ਉਹਨਾਂ ਦੀ ਸਟੋਰੀ ਪੜ੍ਹਨੀ ਹੁੰਦੀ। ਪਰ ਅੱਜ ਆਓ ਉਹਨਾਂ ਦਾ ਅਸੀਂ ਇਹ ਵਿਛੋੜਾ ਜਿਹੜਾ ਸੀਗਾ, ਵਿਛੋੜੇ ਦਾ ਸਫ਼ਰ ਜਿਹੜਾ ਸੀਗਾ, ਅਸੀਂ ਇਹ ਚਾਹੁੰਦੇ ਹਾਂ ਕਿ ਉਹਨਾਂ ਦੇ ਮਨ ਦਾ ਬੋਝ ਹਲਕਾ ਕੀਤਾ ਜਾਵੇ ਅਤੇ ਆਉਣ ਵਾਲਾ ਸਮਾਂ ਖੁਸ਼ੀਆਂ ਵਾਲਾ ਬਤੀਤ ਕਰੇ ਇਹ ਪਰਿਵਾਰ। ਭਾਈ ਜਗਜੀਤ ਸਿੰਘ ਜੀ, ਸਭ ਤੋਂ ਪਹਿਲਾਂ ਅਸੀਂ ਤੁਹਾਡਾ ਵੈਲਕਮ ਕਰਦੇ ਹਾਂ ਵਾਸੀ ਸ਼ੋਅ ਦੇ ਵਿੱਚ। ਅਸੀਂ ਇਹ ਸ਼ੋਅ 41 ਸਾਲ ਤੋਂ ਚਲਾ ਰਹੇ ਹਾਂ, ਵਾਸੀ ਬ੍ਰੌਡਕਾਸਟਿੰਗ ਕਾਰਪੋਰੇਸ਼ਨ। ਸਾਡੀ ਈਮੇਲ ਨੋਟ ਕਰ ਲਓ, bbctoronto.com, ਔਰ ਅਸੀਂ ਭਾਈ ਸਾਹਿਬ ਦੇ ਨਾਲ ਹਾਜ਼ਰ ਹੋ ਚੁੱਕੇ ਹਾਂ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਜਗਜੀਤ ਸਿੰਘ ਜੀ ਹਾਂ। ਵਾਹਿਗੁਰੂ ਜੀ ਕੀ ਫਤਿਹ ਵੀਰ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ। ਜਗਜੀਤ ਸਿੰਘ ਜੀ, ਮੇਰਾ ਨਾਮ ਜੋਗਿੰਦਰ ਬਾਸੀ ਆ, ਔਰ ਸਾਡੀ ਪੂਰੀ ਟੀਮ ਆਪ ਜੀ ਦੇ ਇਸ ਵਿਛੋੜੇ ਭਰੀ ਜ਼ਿੰਦਗੀ ਦੇ ਨਾਲ, ਬੜੇ ਇਸ ਦੁੱਖ ਦੇ ਵਿੱਚ ਜਿਹੜਾ ਤੁਸੀਂ ਜੀਵਨ ਬਤੀਤ ਕੀਤਾ, ਸਾਨੂੰ ਵੀ ਬਹੁਤ ਦੁੱਖ ਹੋਇਆ, ਪਰ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਇਕੱਠੇ ਕੀਤਾ। ਵਾਹਿਗੁਰੂ ਨੇ ਇਸ ਚੀਜ਼ ਦੀ ਆਪ ਜੀ ਨੂੰ ਬਹੁਤ ਬਹੁਤ ਵਧਾਈ ਹੋਵੇ। ਥੈਂਕ ਯੂ ਵੈਰੀ ਮਚ ਜੀ। ਆਪ ਜੀ ਦੀ ਕਿੰਨੀ ਉਮਰ ਹੈ ਭਾਈ ਜਗਜੀਤ ਸਿੰਘ ਜੀ ਇਸ ਵੇਲੇ? ਵੀਰ ਜੀ ਮੇਰੀ ਉਮਰ 35 ਇਅਰ ਜਿਹੜੀ ਆ ਹੁਣ ਹੋ ਚੁੱਕੀ ਹੈ। 35 ਸਾਲ ਦੇ ਆਪ ਜੀ ਨੇ 35 ਸਾਲ ਦੇ ਵਿੱਚ ਐਜੂਕੇਸ਼ਨ ਬਾਬਾ ਦਾਦੀ ਨੇ ਕਿੰਨੀ ਕਰਾਈ ਆਪ ਜੀ ਨੂੰ? ਦਾਦਾ ਦਾਦੀ ਜੀ ਨੇ ਮੈਨੂੰ +2 ਤੱਕ ਐਜੂਕੇਸ਼ਨ ਦਿੱਤੀ, ਔਰ ਉਸ ਤੋਂ ਬਾਅਦ ਮੈਂ MA ਮਿਊਜ਼ਿਕ ਜਿਹੜੀ ਆ ਹੁਣ ਕਰ ਚੁੱਕਾ ਹਾਂ। ਅੱਛਾ, ਗੁਰੂ ਸਾਹਿਬ ਦੀ ਕਿਰਪਾ ਨਾਲ। ਸੋ ਆਪ ਜੀ ਦੀ ਸ਼ਾਦੀ ਹੋ ਚੁੱਕੀ ਹੈ? ਜੀ ਮੇਰੀ ਸ਼ਾਦੀ ਹੋ ਚੁੱਕੀ ਹੈ। ਮੇਰੀ ਵਾਈਫ ਕਰਨਜੀਤ ਕੌਰ MA BA ਟੀਚਰ ਨੇ, ਔਰ ਮੇਰੇ 2 ਬੱਚੇ ਆ, ਅਵਨੀਤ ਕੌਰ ਗੁੜੀਆ ਜੋ 9th ਵਿੱਚ ਆ, ਔਰ ਬੇਟਾ ਇੱਕ ਜੋ 5th ਦੇ ਵਿੱਚ ਪੜ੍ਹ ਰਿਹਾ। ਕਿੰਨੀ ਉਮਰ ਦੇ ਵਿੱਚ ਆਪ ਜੀ ਦੀ ਸ਼ਾਦੀ ਬਾਬਾ ਦਾਦੀ ਜੀ ਨੇ ਕੀਤੀ? ਉਹਨਾਂ ਦੀ ਨਿਗਰਾਨੀ ਹੇਠ ਸ਼ਾਦੀ ਹੋਈ? ਜੀ ਮੇਰੀ ਦਾਦੀ ਜੀ ਦੀ ਡੈਥ ਤੋਂ ਬਾਅਦ ਜਦੋਂ ਮੈਂ +2 ਕਰਕੇ ਅਜੇ ਕਲੀਅਰ ਕੀਤੀ ਸੀ +2, ਪਰ ਉਹਦੇ ਦੌਰਾਨ ਜਦੋਂ ਘਰ ਦੇ ਵਿੱਚ ਪ੍ਰੋਬਲਮ ਆਈ ਕਿ ਰੋਟੀ ਪਾਣੀ ਬਣਾਉਣ ਦੀ, ਔਰ ਉਦੋਂ ਦਾਦਾ ਜੀ ਨੂੰ ਮਜਬੂਰਨ ਜਿਹੜੀ ਮੇਰੀ ਸ਼ਾਦੀ ਹੈ ਉਹ ਅੰਡਰ ਏਜ ਦੇ ਵਿੱਚ ਕਰਨੀ ਪਈ ਸੀ। ਔਰ ਉਦੋਂ ਮੈਂ +2 ਕਲੀਅਰ ਕੀਤੀ, ਮੇਬੀ 90 ਇਅਰ ਦੇ ਵਿੱਚ ਮੇਰੀ ਜਿਹੜੀ ਉਹ ਮੈਰਿਜ ਜਿਹੜੀ ਹੋ ਗਈ। ਭਾਈ ਜਗਜੀਤ ਸਿੰਘ ਜੀ, ਤੁਹਾਡਾ ਮਿਲਾਪ ਹੋਏ ਨੂੰ ਹਾਲੇ ਥੋੜਾ ਸਮਾਂ ਹੋਇਆ, ਥੋੜੇ ਦਿਨ ਹੋਏ ਨੇ, ਘੰਟੇ ਸਮਝੋ, ਕੁਝ ਪਲ ਸਮਝੋ। ਹਾਲੇ ਇਹ ਜ਼ਖਮ ਜਿਹੜੇ ਨੇ ਉਹ ਬੜੇ ਅੱਲੇ ਨੇ, ਅੱਲੇ ਇਨ ਸੈਂਸ ਕਿ ਬਹੁਤ ਥੋੜੇ ਦਿਨਾਂ ਦੀ ਗੱਲ ਹੈ, ਔਰ ਮੈਂ ਨਹੀਂ ਚਾਹੁੰਦਾ ਕਿ ਇਹਨੇ ਅੱਲੇ ਜ਼ਖਮਾਂ ਦੇ ਉੱਪਰ ਤੁਹਾਨੂੰ ਫਿਰ ਦੁਬਾਰਾ ਕੋਈ ਦਰਦ ਹੋਰ ਮਹਿਸੂਸ ਕਰੋ, ਔਰ ਮੈਂ ਚਾਹੁੰਦਾ ਕਿ ਇਹ ਸਭ ਕੁਝ ਤੁਸੀਂ ਭੁੱਲ ਸਕੋ। ਇਸ ਇੰਟਰਵਿਊ ਦਾ ਮਕਸਦ ਲੋਕਾਂ ਨੂੰ ਦੱਸਣਾ ਦੁਨੀਆ ਦੀ ਹਕੀਕਤ। ਮਾਂ ਇੱਕ ਮਾਂ ਹੁੰਦੀ ਹੈ, ਮਾਮਾ ਠੰਡੇ ਸ਼ਾਮਾ, ਅਤੇ ਦੁਨੀਆ ਵਾਲਿਓ ਮਾਂ ਹੀ ਮਾਂ ਹੈ। ਮਾਂ ਤੋਂ ਬਗੈਰ ਜ਼ਿੰਦਗੀ ਜਿਹੜੀ ਹੈ ਉਹ ਅਧੂਰੀ ਹੈ। ਤੁਹਾਡਾ ਜਿਹੜਾ ਜ਼ਿੰਦਗੀ ਦਾ ਇਹ ਸਫ਼ਰ, ਜਿਹੜਾ ਵਿਛੋੜੇ ਵਾਲਾ ਸਫ਼ਰ ਹੈ ਮਾਂ ਤੋਂ ਬਿਨਾਂ, ਕਿਵੇਂ ਚੱਲਿਆ ਤੁਸੀਂ ਆਪਣੇ ਆਪ ਦੱਸੋਗੇ? ਕਿਉਂਕਿ ਮੈਂ ਕੁਝ ਐਸਾ ਸਵਾਲ ਕਰਾਂ ਜਿਹਦੇ ਨਾਲ ਅੱਲਾ ਤੁਹਾਡਾ ਜ਼ਖਮ ਜਿਹੜਾ ਆ ਉਹ ਫਿਰ ਦੁਬਾਰਾ
ਤੁਹਾਨੂੰ ਪੇਨ ਦੇਵੇ, ਮੈਂ ਨਹੀਂ ਚਾਹੁੰਦਾ। ਜੀ ਸਟੋਰੀ ਤਕਰੀਬਨ ਸਾਰੇ ਜਿਹੜੇ ਤਕਰੀਬਨ ਤੁਸੀਂ ਜਾਣਦੇ ਹੋ, ਸਟੋਰੀ ਜਿਹੜੀ ਕਾਫੀ ਇਮੋਸ਼ਨਲ ਔਰ ਲੰਬੀ ਸੀ। ਮੈਂ ਕੋਸ਼ਿਸ਼ ਕਰਾਂਗਾ ਚੰਦ ਮਿੰਟਾਂ ਦੇ ਵਿੱਚ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਾਂ। ਦਰਅਸਲ ਜ਼ਿੰਦਗੀ ਦੀ ਸ਼ੁਰੂਆਤ ਜਦੋਂ ਹੁੰਦੀ ਹੈ, ਮੈਂ ਉਸ ਸਮੇਂ ਜਿਹੜੇ ਮੇਰੇ ਦਾਦੀ ਦਾਦਾ ਜੀ ਸੀਗੇ, ਔਰ ਮੇਰੇ ਦਾਦਾ ਜੀ ਹਰਿਆਣਾ ਪੁਲਿਸ ਦੇ ਵਿੱਚ ਜੌਬ ਕਰਦੇ ਸੀ। ਜਦੋਂ ਪੰਜਾਬ ਅਤੇ ਹਰਿਆਣੇ ਦੀ ਵੰਡ ਹੁੰਦੀ ਹੈ ਤਾਂ ਉਸ ਦੌਰਾਨ ਮੇਰੇ ਦਾਦਾ ਜੀ ਦਾ ਨੰਬਰ ਜਿਹੜਾ ਉਹ ਹਰਿਆਣਾ ਪੁਲਿਸ ਦੇ ਵਿੱਚ ਆ ਜਾਂਦਾ, ਔਰ ਆਪਾਂ ਇੱਥੋਂ ਪੰਜਾਬ ਤੋਂ ਜਿਹੜਾ ਆ ਕਰਨਾਲ ਮਧੂਬਨ ਡਿਸਟ੍ਰਿਕਟ ਦੇ ਵਿੱਚ ਆਪਾਂ ਉੱਥੇ ਪੁਲਿਸ ਹੈੱਡਕੁਆਟਰ ਜਿਹੜੇ ਨੇ ਉਹਨਾਂ ਦੇ ਵਿੱਚ ਆਪਾਂ ਜਿਹੜੇ ਮੇਰੇ ਦਾਦੀ ਦਾਦਾ ਜੀ ਨੇ ਉਹ ਮੇਰੇ ਪਾਪਾ ਨੂੰ ਲੈ ਕੇ ਉੱਥੇ ਜਿਹੜਾ ਪਹੁੰਚਦੇ ਨੇ। ਔਰ ਜਦੋਂ ਮੇਰੀ ਮੰਮਾ ਪਾਪਾ ਦੀ ਮੈਰਿਜ ਹੁੰਦੀ ਆ, ਔਰ ਮੈਰਿਜ ਤੋਂ ਤਕਰੀਬਨ ਜਦੋਂ ਮੈਂ ਉਦੋਂ 6 ਮਹੀਨਿਆਂ ਦਾ ਸੀ, ਜਦੋਂ ਮੇਰੇ ਫਾਦਰ ਸਾਹਿਬ ਜਿਹੜੇ ਨੇ ਉਹ ਕਾਰ ਐਕਸੀਡੈਂਟ ਦੇ ਵਿੱਚ ਉਹਨਾਂ ਦੀ ਮੌਤ ਹੋ ਜਾਂਦੀ ਹੈ ਅਚਾਨਕ। ਵਾਹਿਗੁਰੂ। ਤਾਂ ਮੌਤ ਤੋਂ ਬਾਅਦ ਜਿਹੜੇ ਮੇਰੀ ਮਾਂ ਵਾਸਤੇ ਉਹ ਇੱਕ ਬੜਾ ਵੱਡਾ ਪਹਾੜ ਉਹਨਾਂ ਤੇ ਜਿਹੜਾ ਡਿੱਗਿਆ ਕਿ ਮੈਂ 6 ਮਹੀਨੇ ਦਾ ਸੀਗਾ, ਔਰ ਉਹਨਾਂ ਦਾ ਹਸਬੈਂਡ ਜਿਹੜਾ ਆ ਮੇਰੇ ਫਾਦਰ ਸਾਹਿਬ ਉਹ ਇਸ ਦੁਨੀਆ ਤੋਂ ਜਾ ਚੁੱਕੇ ਸੀ। ਔਰ ਉਸ ਤੋਂ ਬਾਅਦ ਮੇਰੀ ਮਾਂ ਨੇ ਮੈਨੂੰ 1 ਸਾਲ ਤੱਕ ਆਪਣਾ ਦੁੱਧ ਪਿਲਾਇਆ ਔਰ 3 ਸਾਲ ਤੱਕ ਮੇਰੀ ਪਰਵਰਿਸ਼ ਕੀਤੀ, ਜਿਹੜੀ ਸਟੋਰੀ ਦਾ ਮੈਨੂੰ ਸ਼ਾਇਦ ਹੁਣ ਪਤਾ ਲੱਗਾ ਹੈ ਥੋੜੇ ਟਾਈਮ ਤੋਂ। ਔਰ ਉਸ ਦੌਰਾਨ ਜੋ ਸਾਡੀਆਂ ਸਮਾਜਿਕ ਕੁਰੀਤੀਆਂ ਅੱਜ ਕੱਲ੍ਹ ਚੱਲਦੀਆਂ ਨੇ, ਮੇਰੇ ਨਾਨਕਾ ਪਰਿਵਾਰ ਅਤੇ ਮੇਰੇ ਦਾਦਕਾ ਪਰਿਵਾਰ, ਇਹਨਾਂ ਦੇ ਵਿੱਚ ਆਪਸ ਦੇ ਵਿੱਚ ਉਹ ਕੀ ਗੱਲਬਾਤ ਹੁੰਦੀ ਹੈ, ਆਈ ਡੋਂਟ ਨੋ, ਮੈਨੂੰ ਉਸ ਚੀਜ਼ ਦਾ ਪਤਾ ਨਹੀਂ ਹੈ। ਬਟ ਉਸ ਸਮੇਂ ਦੇ ਹਾਲਾਤ ਨੂੰ ਦੇਖਦੇ ਹੋਇਆ ਪਤਾ ਨਹੀਂ ਉਸ ਸਮੇਂ ਕੀ ਮੇਰੀ ਮਾਂ ਦੀ ਮਜਬੂਰੀ ਸੀ ਕਿ ਉਸ ਕਾਰਨਾਂ ਕਰਕੇ ਮੇਰੀ ਮਾਂ ਜਿਹੜੀ ਆ ਇੱਕ 4 ਸਾਲ ਦੇ ਬੱਚੇ ਨੂੰ ਛੱਡ ਕੇ ਜਿਹੜਾ ਆ ਉਸ ਨੂੰ ਜਾਣਾ ਪਿਆ। ਤਾਂ ਉਸ ਤੋਂ ਬਾਅਦ ਸਮਾਂ ਬੀਤਦਾ, ਮੇਰੇ ਬਜ਼ੁਰਗਾਂ ਦੇ ਕੋਲ ਮੇਰੇ ਫਾਦਰ ਸਾਹਿਬ ਦੀ ਇੱਕੋ ਇੱਕ ਨਿਸ਼ਾਨੀ ਮੈਂ ਬੱਚਾ ਸੀਗਾ, ਔਰ ਉਹਨਾਂ ਨੇ ਮੈਨੂੰ ਪਾਲਣਾ ਸ਼ੁਰੂ ਕੀਤਾ। ਔਰ ਜਦੋਂ ਦਾਦਾ ਜੀ ਦੀ ਰਿਟਾਇਰਮੈਂਟ ਹੁੰਦੀ ਆ ਤਾਂ ਸਿੱਧਾ ਹਰਿਆਣੇ ਤੋਂ ਅਸੀਂ ਇੱਥੇ ਪੰਜਾਬ ਕਾਦੀਆਂ ਦੇ ਵਿੱਚ ਆਣ ਕੇ ਡਿਸਟ੍ਰਿਕਟ ਗੁਰਦਾਸਪੁਰ ਦੇ ਵਿੱਚ ਆਣ ਕੇ ਵੱਸਦੇ ਹਾਂ। ਔਰ ਮੇਰੇ ਦਾਦੀ ਦਾਦਾ ਜੀ ਮੈਨੂੰ ਬਹੁਤ ਸਾਰਾ ਉਹਨਾਂ ਨੇ ਪਿਆਰ ਬਖਸ਼ਿਸ਼ ਕੀਤਾ, ਦੁਨੀਆ ਦੀ ਹਰ ਇੱਕ ਚੀਜ਼ ਮੈਨੂੰ ਉਹਨਾਂ ਨੇ ਮੁਹੱਈਆ ਕਰਵਾਈ, ਮੇਰੀ ਪਰਵਰਿਸ਼ ਬੜੀ ਵਧੀਆ ਤਰੀਕੇ ਨਾਲ ਕੀਤੀ ਹੈ। ਔਰ ਜਦੋਂ ਮੈਂ 10th ਤੱਕ ਆਪਣੇ ਦਾਦੀ ਦਾਦਾ ਜੀ ਕੋਲ ਪੜ੍ਹਦਾ ਹਾਂ ਤਾਂ ਉਸ ਦੌਰਾਨ ਕਿਤੇ ਨਾ ਕਿਤੇ ਮੈਨੂੰ ਜਦੋਂ ਪੇਰੈਂਟਸ ਮੀਟਿੰਗ ਵੀ ਹੋਣੀਆਂ ਸਕੂਲਾਂ ਦੇ ਵਿੱਚ ਤਾਂ ਮੈਨੂੰ ਕਿਤੇ ਨਾ ਕਿਤੇ ਇਹ ਡਾਊਟ ਆਉਂਦਾ ਸੀ, ਕਿਉਂਕਿ ਮੇਰੇ ਜਿਹੜੇ ਫਰੈਂਡ ਸੀਗੇ ਜਦੋਂ ਪੇਰੈਂਟਸ ਮੀਟਿੰਗ ਹੋਣੀ ਤਾਂ ਮੇਰੇ ਫਰੈਂਡਸ ਨੇ ਕਹਿਣਾ ਕਿ ਜਗਜੀਤ ਤੇਰੇ ਜਿਹੜੇ ਪੇਰੈਂਟਸ ਨੇ ਉਹ ਥੋੜੇ ਓਲਡ ਲੱਗਦੇ ਨੇ ਸਾਨੂੰ, ਔਰ ਸਾਡੇ ਪੇਰੈਂਟਸ ਜਿਹੜੇ ਉਹ ਯੰਗ ਆ, ਇਹਦਾ ਕੀ ਕਾਰਨ ਆ? ਤਾਂ ਮੇਰੇ ਕੋਲ ਉਸ ਸਮੇਂ ਕੋਈ ਜਵਾਬ ਨਹੀਂ ਸੀ ਹੁੰਦਾ ਉਹਨਾਂ ਨੂੰ ਦੇਣ ਨੂੰ, ਬਟ ਕਿਤੇ ਨਾ ਕਿਤੇ ਮੇਰੇ ਮਾਈਂਡ 'ਚ ਇਹ ਚੀਜ਼ ਆਉਂਦੀ ਸੀ। ਉਸ ਦੌਰਾਨ ਜਦੋਂ ਘਰ ਦੇ ਵਿੱਚ ਕੋਈ ਗੈਸਟ ਆਉਣਾ ਜਾਂ ਕੋਈ ਫਰੈਂਡਸ ਆਉਣਾ ਤਾਂ ਉਹਨਾਂ ਨੇ ਵੀ ਪੁੱਛਣ ਦੀ ਕੋਸ਼ਿਸ਼ ਕਰਨੀ ਮੇਰੇ ਦਾਦਾ ਜੀ ਨੂੰ ਕਿ ਕੋਈ ਸਟੋਰੀ ਜਿਹੜੇ ਸ਼ਾਇਦ ਮੇਰੇ ਰਿਲੇਟਿਵਸ ਜਾਣਦੇ ਸੀ, ਤਾਂ ਉਹਨਾਂ ਨੇ ਉਹਨਾਂ ਨੂੰ ਵੀ ਚੁੱਪ ਕਰਵਾ ਦੇਣਾ ਕਿ ਮੇਰੇ ਪੋਤਰੇ ਦੇ ਸਾਹਮਣੇ ਇਸ ਤਰ੍ਹਾਂ ਦੀ ਕੋਈ ਗੱਲ ਜਿਹੜੀ ਆ ਤੁਸੀਂ ਨਹੀਂ ਕਰਨੀ। ਤਾਂ ਅਚਾਨਕ ਸਮਾਂ ਬੀਤਦਾ, ਮੈਂ 10ਵੀਂ ਜਦੋਂ ਕਲੀਅਰ ਕਰਦਾ ਹਾਂ ਤੇ ਮੇਰੇ ਅਚਾਨਕ ਦਾਦੀ ਜੀ ਜਿਹੜੇ ਨੇ ਉਹ ਸਾਥ ਛੱਡ ਜਾਂਦੇ ਨੇ, ਦਾਦੀ ਜੀ ਦੀ ਮੌਤ ਹੋ ਜਾਂਦੀ ਆ। ਉਸ ਸਮੇਂ ਵੀ ਮੇਰੇ ਤੇ ਮੈਨੂੰ ਬਹੁਤ ਜ਼ਿਆਦਾ ਉਸ ਸਮੇਂ ਸਦਮਾ ਲੱਗਾ ਕਿ ਮੈਂ ਜਿਹਨੂੰ ਆਪਣੀ ਮਾਂ 10ਵੀਂ ਤੱਕ ਜਿਹੜੀ ਮੇਰੀ ਪਰਵਰਿਸ਼ ਕੀਤੀ ਆ ਉਹ ਮਾਂ ਮੇਰਾ ਸਾਥ ਛੱਡ ਜਾਂਦੀ ਆ। ਔਰ ਉਦੋਂ ਮੈਂ ਕਹਿਣਾ ਚਾਹਾਂਗਾ ਕਿ ਮੇਰੀ ਤੀਸਰੀ ਵਾਰ ਮਾਂ, ਮੈਂ ਉਦੋਂ ਇਹੋ ਹੀ ਕਹਾਂਗਾ ਕਿ ਮੇਰੀ ਤੀਸਰੀ ਵਾਰ ਉਦੋਂ ਵੀ ਮਾਂ ਮਰੀ। ਔਰ ਉਸ ਦੌਰਾਨ ਜਦੋਂ ਮੈਂ ਘਰ ਦੇ ਵਿੱਚ ਆਪਣੇ ਕੰਮਕਾਰ ਕਰਨੇ ਸ਼ੁਰੂ ਕੀਤੇ, ਘਰ ਨੂੰ ਮੇਨਟੇਨ ਕਰਨਾ ਸ਼ੁਰੂ ਕੀਤਾ, ਖੁਦ ਰੋਟੀ ਵੀ ਬਣਾਉਣੀ ਔਰ ਸਕੂਲ ਵੀ ਜਾਣਾ, ਕਿਉਂਕਿ ਮੇਰੇ ਦਾਦਾ ਜੀ ਜਿਹੜੇ ਹਨ ਉਹ ਵੀ ਹੈਂਡੀਕੈਪਟ ਹੋ ਚੁੱਕੇ ਸੀ, ਉਹਨਾਂ ਦੀ ਵੀ ਲੱਤ ਜਿਹੜੀ ਉਹ ਫ੍ਰੈਕਚਰ ਹੋ ਗਈ ਸੀ, ਔਰ ਉਹਨਾਂ ਦੀ ਵੀ ਦੇਖਭਾਲ ਕਰਨੀ ਔਰ ਰੋਟੀ ਵੀ ਪਕਾਉਣੀ ਔਰ ਨਾਲ ਨਾਲ ਸਟੱਡੀ ਵੀ ਕਰਨੀ। ਉਹ 2 ਸਾਲ ਮੇਰੇ ਵਾਸਤੇ ਕਾਫੀ ਸਟਰਗਲ ਭਰੇ ਰਹੇ। ਔਰ ਉਹਦੇ ਦੌਰਾਨ ਫਿਰ ਜਦੋਂ ਮੈਨੂੰ ਘਰ ਦੇ ਵਿੱਚੋਂ ਮੇਰੇ ਮੰਮੀ ਪਾਪਾ ਦੀਆਂ ਪੁਰਾਣੀਆਂ ਐਲਬਮਸ ਜਿਹੜੀਆਂ ਨੇ ਉਹ ਕਿਤੋਂ ਨਾ ਕਿਤੋਂ ਮੈਨੂੰ ਘਰ ਦੇ ਵਿੱਚੋਂ ਲੱਭਦੀਆਂ ਨੇ, ਜਿਹੜੀਆਂ ਮੈਂ ਆਪਣੇ ਦਾਦਾ ਜੀ ਨੂੰ ਦਿਖਾਉਣਾ ਹੈ ਔਰ ਉਹਨਾਂ ਨੂੰ ਪੁੱਛਦਾ ਹਾਂ ਕਿ ਦਾਦਾ ਜੀ ਇਹ ਐਲਬਮ ਜਿਹੜੀਆਂ ਨੇ ਇਹ ਕਿਹਦੀਆਂ ਨੇ? ਤਾਂ ਉਦੋਂ ਉਹਨਾਂ ਦੀਆਂ ਅੱਖਾਂ ਦੇ ਵਿੱਚ ਬੜੇ ਹੰਝੂ, ਉਹਨਾਂ ਨੇ ਬੜੇ ਵਿਰਾਗ ਚ ਆ ਕੇ ਮੈਨੂੰ ਆਪਣੇ ਗੱਲ ਨਾਲ ਲਾ ਕੇ ਕਿਹਾ ਕਿ ਬੇਟਾ ਇਹ ਤੇਰੇ ਪੇਰੈਂਟਸ ਸੀਗੇ ਔਰ ਇਹਨਾਂ ਦੀ ਕਾਰ ਐਕਸੀਡੈਂਟ ਦੇ ਵਿੱਚ ਮੌਤ ਹੋ ਗਈ ਸੀ। ਮਾਫ ਕਰਨਾ, ਉਸ ਵੇਲੇ ਤੁਹਾਡੀ ਕਿੰਨੀ ਉਮਰ ਸੀ? ਜੀ ਮੈਂ +2 ਦੇ ਵਿੱਚ ਸੀਗਾ, ਸ਼ਾਇਦ 70-80 ਇਅਰਸ ਹੋ ਗਈ। ਓਕੇ, ਕੈਰੀ ਔਨ ਪਲੀਜ਼। ਔਰ ਤਾਂ ਉਦੋਂ ਉਹਨਾਂ ਨੇ ਮੈਨੂੰ ਦੱਸਿਆ ਕਿ ਤੁਹਾਡੇ ਜਿਹੜੇ ਪੇਰੈਂਟਸ ਨੇ ਉਹਨਾਂ ਦੀ ਜਿਹੜੀ ਆ ਮੌਤ ਹੋ ਜਾਂਦੀ ਹੈ ਕਾਰ ਐਕਸੀਡੈਂਟ ਦੇ ਵਿੱਚ, ਤੇ ਇਸ ਤਰ੍ਹਾਂ ਅਸੀਂ ਤੇਰੇ ਦਾਦੀ ਦਾਦਾ ਆ ਔਰ ਅਸੀਂ ਤੇਰੀ ਪਰਵਰਿਸ਼ ਜਿਹੜੀ ਹੁਣ ਤੱਕ ਕਰਦੇ ਆ ਰਹੇ ਹਾਂ। ਤਾਂ ਮੈਨੂੰ ਉਦੋਂ ਵੀ ਕਾਫੀ ਝਟਕਾ ਲੱਗਾ, ਬਟ ਉਦੋਂ ਵੀ ਮੈਨੂੰ ਮੇਰੇ ਦਾਦਾ ਜੀ ਨੇ ਇਹ ਕਲੀਅਰ ਨਹੀਂ ਕੀਤਾ ਕਿ ਇਹ ਸਟੋਰੀ ਕੁਛ ਹੋਰ ਸੀ ਕਿ ਤੇਰੇ ਇਕੱਲੇ ਫਾਦਰ ਸਾਹਿਬ ਦੀ ਡੈਥ ਹੋਈ ਆ ਔਰ ਤੇਰੀ ਮਾਂ ਜਿਹੜੀ ਆ ਉਹ ਅਜੇ ਵੀ ਇਸ ਦੁਨੀਆ ਤੇ ਹੈ।
ਸਾਡੇ ਔਰ ਇੱਕ ਸਮਾਂ ਮਿੰਟ ਵੀ- ਹੋਲਡ ਕਰੋਗੇ ਤੁਸੀਂ? ਕੁਝ ਮੇਰੇ ਮਨ ਦੇ ਵਿੱਚ ਸਵਾਲ ਐਸੇ ਹੋਣਗੇ ਜਿਹੜੇ ਕਿ ਅਸੀਂ ਪਬਲਿਕ ਤੱਕ ਜਾਣਨਾ ਜ਼ਰੂਰੀ ਸਮਝਦੇ ਹਾਂ। ਭਾਈ ਜਗਜੀਤ ਸਿੰਘ ਜੀ, ਵਾਹਿਗੁਰੂ ਦੀ ਬਹੁਤ ਵੱਡੀ ਕਿਰਪਾ ਤੁਹਾਡੇ ਤੇ। ਤੁਸੀਂ ਫਿਰ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਨਹੀਂ ਪੈਦਾ ਹੋਇਆ ਕਿ ਤੁਸੀਂ ਪੁੱਛ ਨਹੀਂ ਸਕੇ ਕਿ ਮੇਰੀ ਡੈਡੀ ਦੀ ਡੈਥ ਹੋ ਜਾਂਦੀ ਐਕਸੀਡੈਂਟ ਵਿੱਚ, ਪਰ ਮੇਰੀ ਮਾਤਾ ਜੀ ਕਿੱਥੇ ਆ? ਨਹੀਂ ਜੀ, ਮੈਨੂੰ ਉਹਨਾਂ ਨੇ ਜਦੋਂ ਮੈਨੂੰ ਐਲਬਮਸ ਲੱਭੀਆਂ ਸੀਗੀਆਂ, ਔਰ ਉਦੋਂ ਮੈਨੂੰ ਉਹਨਾਂ ਨੇ ਇਹ ਕਿਹਾ ਕਿ ਤੂੰ ਸਾਡੇ ਕੋਲ ਸੀਗਾ, ਤੇਰੇ ਮਦਰ ਔਰ ਫਾਦਰ ਜਿਹੜੇ ਨੇ ਉਹ ਕਾਰ ਐਕਸੀਡੈਂਟ ਦੇ ਵਿੱਚ ਉਹਨਾਂ ਦੀ ਮੌਤ ਹੋ ਜਾਂਦੀ ਹੈ। ਤੇ ਇਹਦੇ ਵਿੱਚ ਮਤਲਬ ਮੇਰੇ ਮਨ ਦੇ ਵਿੱਚ ਇਹ ਨਹੀਂ ਆਇਆ ਕਿ ਮੇਰੀ ਮਾਂ ਹੈ ਜਾਂ ਨਹੀਂ ਹੈ, ਕਿਉਂਕਿ ਉਦੋਂ ਮੈਨੂੰ ਇਹ ਯਕੀਨ ਹੋ ਗਿਆ ਕਿ ਮੇਰੇ ਪੇਰੈਂਟਸ ਦੀ ਡੈਥ ਹੋ ਗਈ ਹੈ ਦੋਨਾਂ ਦੀ। ਓਕੇ, ਤੁਸੀਂ ਸੋਚਿਆ ਕਿ ਦੋਨੇ ਹੀ ਚਲੇ ਗਏ ਨੇ? ਜੈ ਹਾਂਜੀ, ਉਹਨਾਂ ਨੇ ਮੈਨੂੰ ਇਹ ਦੱਸਿਆ ਕਿ ਦੋਨਾਂ ਦੀ ਡੈਥ ਹੋ ਗਈ ਸੀ। ਤਾਂ ਉਸ ਤੋਂ ਬਾਅਦ ਸਮਾਂ ਬੀਤਦਾ ਆ, ਮੇਰੇ ਦਾਦਾ ਜੀ ਜਿਹੜੇ ਸਨ ਉਹ +2 ਤੋਂ ਬਾਅਦ ਜਦੋਂ ਸੋਚਦੇ ਆ ਕਿ ਮੈਂ ਹੁਣ ਬਜ਼ੁਰਗ ਹੋ ਰਿਹਾ, ਮੈਂ ਆਪਣੇ ਜਿਹੜੇ ਪੋਤਰੇ ਦੀ ਆ ਆਪਣੇ ਹੱਥਾਂ ਦੇ ਨਾਲ ਉਹਦਾ ਘਰ ਜਿਹੜਾ ਉਹ ਵਸਾ ਦੇਵਾਂ ਇੱਕ ਵਾਰੀ, ਤਾਂ ਉਦੋਂ ਮੈਂ ਇੰਨਾ ਮੈਚੁਰ ਨਹੀਂ ਸੀਗਾ। +2 ਤੋਂ ਬਾਅਦ ਜਲਦੀ ਹੀ ਮੈਂ ਉਦੋਂ ਕੋਈ ਕੰਮ ਕਰਤੇ ਵੀ ਨਹੀਂ ਸੀ ਲੱਗਾ, ਔਰ ਮੇਰੀ ਸੰਗਤ ਵੀ ਥੋੜੀ ਮਾੜੀ ਹੋਣੀ ਸ਼ੁਰੂ ਹੋ ਗਈ ਸੀ। ਮੈਂ ਆਪਣੇ ਕੇਸ ਵੀ ਕਤਲ ਕਰਵਾਏ +2 ਦੇ ਦੌਰਾਨ, ਔਰ ਉਹਦੇ ਦੌਰਾਨ ਜਦੋਂ ਮੇਰੀ ਵਾਈਫ ਦੇ ਨਾਲ ਜਦੋਂ ਸਾਡਾ ਰਿਸ਼ਤਾ ਹੁੰਦਾ ਆ, ਤਾਂ ਮੇਰੀ ਵਾਈਫ ਦੇ ਆਉਣ ਦੇ ਨਾਲ ਮੇਰੀ ਜ਼ਿੰਦਗੀ ਦੇ ਵਿੱਚ ਇੱਕ ਨਵਾਂ ਮੋੜ ਜਿਹੜਾ ਸ਼ੁਰੂ ਹੋ ਜਾਂਦਾ। ਮੈਂ ਜੇਕਰ ਭਾਈ ਜਗਜੀਤ ਸਿੰਘ ਆ, ਜਿੱਥੇ ਮੇਰੇ ਦਾਦਾ ਦਾਦੀ ਜੀ ਦਾ ਬੜਾ ਵੱਡਾ ਯੋਗਦਾਨ ਆ, ਉੱਥੇ ਹੀ ਮੇਰੀ ਵਾਈਫ ਦਾ ਵੀ ਮੈਨੂੰ ਇਸ ਮੁਕਾਮ ਤੱਕ ਪਹੁੰਚਾਉਣ ਦਾ ਬੜਾ ਵੱਡਾ ਯੋਗਦਾਨ ਹੈ ਜੀ। ਔਰ ਜਦੋਂ ਮੇਰੀ ਵਾਈਫ ਤੇ ਆਉਂਦੀ ਆ, ਮੇਰੀ ਸ਼ਾਦੀ ਹੁੰਦੀ ਆ, ਤਾਂ ਉਸ ਤੋਂ ਬਾਅਦ ਮੇਰੇ ਦਾਦਾ ਜੀ ਜਿਹੜੇ ਸਨ ਉਹ ਵੀ ਬੈੱਡ ਤੇ ਪੈ ਜਾਂਦੇ ਹਨ, ਔਰ 2014 ਦੇ ਵਿੱਚ ਮੇਰੇ ਦਾਦਾ ਜੀ ਮੇਰਾ ਸਾਥ ਛੱਡ ਜਾਂਦੇ ਹਨ, ਉਹ ਵੀ ਇਸ ਦੁਨੀਆ ਤੋਂ ਚਲੇ ਜਾਂਦੇ ਹਨ। ਉਦੋਂ ਤੱਕ ਮੈਂ ਭਾਈ ਜਗਜੀਤ ਸਿੰਘ ਬਣ ਚੁੱਕਾ ਸੀਗਾ, ਔਰ ਮੇਰੇ ਦਾਦਾ ਜੀ ਵੀ ਉਸ ਜਗਜੀਤ ਸਿੰਘ ਨੂੰ ਨਹੀਂ ਦੇਖ ਸਕੇ। ਤਾਂ ਮਨ ਦੇ ਵਿੱਚ ਬੜਾ ਵੈਰਾਗ ਆਉਣਾ ਸ਼ੁਰੂ ਹੋ ਗਿਆ ਕਿ ਮਤਲਬ ਲੋਕਾਂ ਦੀ ਮਾਂ ਤਾਂ ਇੱਕ ਵਾਰੀ ਮਰਦੀ ਹੈ, ਮੇਰੀ ਤਾਂ ਅੱਜ ਮੈਨੂੰ ਮਹਿਸੂਸ ਹੋ ਰਿਹਾ ਕਿ ਮੇਰੀ ਮਾਂ 4 ਵਾਰੀ ਮਰੀ ਹੈ, ਔਰ ਬੜਾ ਮਨ ਦੇ ਵਿੱਚ ਵੈਰਾਗ ਆਉਣਾ। ਪਰ ਉਸ ਦੇ ਦੌਰਾਨ ਪਿਛਲੇ 5-7 ਸਾਲਾਂ ਤੋਂ ਜਦੋਂ ਮੈਂ ਥੋੜਾ ਹੋਰ ਮੈਚੁਰ ਹੋਇਆ, ਵੱਡਾ ਹੋਇਆ, ਮੇਰੇ ਬੱਚੇ ਹੋਏ, ਔਰ ਮੈਂ ਆਪਣੇ ਰਿਸ਼ਤੇਦਾਰਾਂ ਨੂੰ, ਆਪਣੇ ਪੁਰਾਣੇ ਰਿਸ਼ਤਿਆਂ ਨੂੰ ਦੁਬਾਰਾ ਮਿਲਣਾ ਸ਼ੁਰੂ ਕੀਤਾ, ਔਰ ਕਿਤੇ ਨਾ ਕਿਤੋਂ ਮੈਨੂੰ ਇਹ ਕਲੂ ਮਿਲਣੇ ਸ਼ੁਰੂ ਹੋਏ ਕਿ ਮੇਰੀ ਸਟੋਰੀ ਕੁਝ ਹੋਰ ਸੀਗੀ। ਮੇਰੇ ਇਕੱਲੇ ਫਾਦਰ ਸਾਹਿਬ ਦੀ ਡੈਥ ਹੋਈ ਸੀ, ਮੇਰੀ ਮਾਂ ਇਸ ਦੁਨੀਆ ਦੇ ਵਿੱਚ ਅਜੇ ਵੀ ਹੈ। ਤਾਂ ਉਸ ਸਮੇਂ ਦੌਰਾਨ ਮੈਂ ਆਪਣੇ ਦੋਸਤਾਂ ਮਿੱਤਰਾਂ ਨਾਲ ਕਈ ਵਾਰ ਗੱਲ ਕਰਨੀ, ਘਰ ਦੇ ਵਿੱਚ ਆਪਣੇ ਬੱਚਿਆਂ ਨਾਲ ਗੱਲ ਕਰਨੀ, ਆਪਣੀ ਬੇਟੀ ਨਾਲ ਗੱਲ ਕਰਨੀ, ਰੋ ਪੈਣਾ, ਵਿਰਾਗ ਚ ਆਉਣਾ। ਤਾਂ ਉਹਨਾਂ ਨੇ ਮੈਨੂੰ ਇਹੀ ਕਹਿਣਾ ਕਿ ਕੋਈ ਗੱਲ ਨਹੀਂ, ਜੇ ਤੁਹਾਡੀ ਮਾਂ, ਸਾਡੀ ਦਾਦੀ ਇਸ ਦੁਨੀਆ ਤੇ ਹੈ ਤਾਂ ਵਾਹਿਗੁਰੂ ਇੱਕ ਦਿਨ ਸਾਨੂੰ ਉਹ ਮਾਂ ਨਾਲ ਜ਼ਰੂਰ ਮਿਲਾਏਗਾ। ਤਾਂ ਬੜੀ ਵਾਰ ਅਸੀਂ ਕੋਸ਼ਿਸ਼ ਵੀ ਕੀਤੀ, ਪਰ ਕੋਈ ਥਾਂ ਟਿਕਾਣੇ ਦਾ ਸਾਨੂੰ ਪਤਾ ਨਹੀਂ ਸੀ ਹੈਗਾ। ਤਾਂ ਅਚਾਨਕ ਜਿਹੜੀ ਤੁਸੀਂ ਹੁਣ ਸਾਰਿਆਂ ਨੇ ਸੁਣਿਆ ਹੀ ਹੈ ਕਿ ਮੈਂ ਗੁਰੂ ਸਾਹਿਬ ਦੀ ਕਿਰਪਾ ਨਾਲ ਸਾਡੀ ਖਾਲਸਾ ਏਡ ਦੀਆਂ ਟੀਮਾਂ ਔਰ ਭਾਈ ਕਨ੍ਹਈਆ ਜੀ NGO ਸਾਡੇ ਪੰਜਾਬ ਦੀ, ਔਰ ਉਹਦੇ ਵੱਲੋਂ ਸਾਡੀ ਜਿਹੜੀ ਆ ਸੇਵਾ ਚੱਲ ਰਹੀ ਸੀ ਪਟਿਆਲਾ ਦੇ ਵਿੱਚ, ਜੋ ਪੰਜਾਬ ਦੇ ਵਿੱਚ ਇਸ ਟਾਈਮ ਸਾਡਾ ਪੰਜਾਬ ਜਿਹੜਾ ਪਾਣੀਆਂ ਦੇ ਹੜ੍ਹਾਂ ਦੇ ਨਾਲ ਪ੍ਰਭਾਵਿਤ ਹੋਏ ਕਈ ਜ਼ਿਲ੍ਹੇ ਸਾਡੇ, ਔਰ ਉਹਦੇ ਦੌਰਾਨ ਅਸੀਂ ਪਟਿਆਲਾ ਦੇ ਵਿੱਚ ਸੇਵਾ ਨਿਭਾ ਰਹੇ ਸੀਗੇ ਰੈਸਕਿਊ ਟੀਮ ਦੇ ਨਾਲ। ਔਰ ਅਚਾਨਕ ਮੇਰੀਆਂ 2 ਭੂਆ ਜੀ ਨੇ, ਔਰ ਜਦੋਂ ਮੇਰੇ ਫਾਦਰ ਸਾਹਿਬ ਦੀ ਮੈਰਿਜ ਸੀ ਉਦੋਂ ਉਹਨਾਂ ਦੀ ਏਜ ਵੀ ਕਾਫੀ ਛੋਟੀ ਸੀ, ਔਰ ਮੈਂ ਅਚਾਨਕ ਮੇਰੀ ਭੂਆ ਜੀ ਨੇ ਮੈਨੂੰ ਡੇਲੀ ਰੂਟੀਨ ਦੇ ਤੌਰ ਤੇ ਫੋਨ ਕੀਤਾ ਕਿ ਬੇਟਾ ਕੀ ਹਾਲ ਹੈ, ਕਿੱਥੇ ਆ? ਤਾਂ ਮੈਨੂੰ ਅਚਾਨਕ ਕਿਹਾ ਕਿ ਮੈਂ ਪਟਿਆਲਾ ਦੇ ਵਿੱਚ ਆਇਆ ਹੋਇਆ। ਤਾਂ ਜਿਹੜੀ ਅੱਜ ਤੱਕ 35 ਸਾਲਾਂ ਦੇ ਵਿੱਚ ਮੈਂ ਆਪਣੀ ਭੂਆ ਦੇ ਕੋਲੋਂ ਕਦੀ ਵੀ ਉਸ ਚੀਜ਼ ਦਾ ਜ਼ਿਕਰ ਨਹੀਂ ਸੁਣਿਆ, ਔਰ ਨਾ ਹੀ ਕਦੀ ਕੋਸ਼ਿਸ਼ ਕੀਤੀ ਉਹਨਾਂ ਨੇ ਦੱਸਣ ਦੀ, ਤਾਂ ਅਚਾਨਕ ਉਹਨਾਂ ਦੇ ਮੂੰਹ ਚੋਂ ਗੁਰੂ ਸਾਹਿਬ ਨੇ ਕਢਵਾਇਆ ਕਿ ਬੇਟਾ ਤੇਰੇ ਨਾਨਕੇ ਸ਼ਾਇਦ ਪਟਿਆਲਾ ਏਰੀਆ ਦੇ ਵਿੱਚ ਸੀ। ਤਾਂ ਮੈਨੂੰ ਇੱਕ ਪਾਸੇ ਬਹੁਤ ਖੁਸ਼ੀ ਵੀ ਸੀ, ਔਰ ਮੈਨੂੰ ਕੁਝ ਸਮਝ ਨਹੀਂ ਲੱਗ ਰਿਹਾ ਸੀ ਕਿ ਮੇਰੀ ਭੂਆ ਜੀ ਮੇਰੇ ਨਾਲ ਕੀ ਗੱਲ ਕਰ ਰਹੇ ਨੇ। ਮੈਂ ਅਚਾਨਕ ਉਹਨਾਂ ਨੂੰ ਦੁਬਾਰਾ ਕਾਲ ਕਰਕੇ ਪੁੱਛਿਆ ਕਿ ਪਲੀਜ਼ ਤੁਸੀਂ ਦੁਬਾਰਾ ਦੱਸ ਸਕਦੇ ਹੋ ਤੁਸੀਂ ਕੀ ਕਿਹਾ? ਤਾਂ ਉਹਨਾਂ ਨੇ ਕਿਹਾ ਕਿ ਨਹੀਂ, ਮੈਂ ਤਾਂ ਤੈਨੂੰ ਇਹ ਕਹਿ ਰਹੀ ਹਾਂ ਕਿ ਤੇਰੇ ਨਾਨਕੇ ਜਿਹੜੇ ਉਹ ਪਟਿਆਲਾ ਸਾਈਡ ਦੇ ਵਿੱਚ ਸੀ। ਤਾਂ ਮੈਂ ਉਹਨਾਂ ਨੂੰ ਬੜੀ ਐਕਸਾਈਟਮੈਂਟ ਦੇ ਨਾਲ ਪੁੱਛਿਆ ਦੁਬਾਰਾ ਕਿ ਪਲੀਜ਼ ਤੁਸੀਂ ਕੋਈ ਪਿੰਡ ਦਾ ਨਾਮ ਦੱਸ ਸਕਦੇ ਹੋ ਕਿ ਤੁਹਾਨੂੰ ਪਿੰਡ ਕੋਈ ਯਾਦ ਹੋਵੇ? ਤਾਂ ਉਹਨਾਂ ਨੂੰ ਸ਼ਾਇਦ ਇੰਨਾ ਲੰਬਾ ਸਮੇਂ ਤੋਂ ਬਾਅਦ ਇੰਨਾ ਕੁਝ ਚੰਗੀ ਤਰ੍ਹਾਂ ਯਾਦ ਨਹੀਂ ਸੀ। ਉਹਨਾਂ ਨੇ 2-3 ਪਿੰਡਾਂ ਦੇ ਨਾਮ ਮਿਕਸ ਕਰਕੇ ਮੈਨੂੰ ਦੱਸਿਆ ਕਿ ਬੋਹੜਪੁਰ ਜਾਂ ਬੋਧਪੁਰ ਜਾਂ ਇਸ ਤਰ੍ਹਾਂ ਦਾ ਕੁਝ ਹੈ ਪਿੰਡ। ਤਾਂ ਅਚਾਨਕ ਮੇਰਾ ਜਿਹੜਾ ਦੋਸਤ ਮਿੱਤਰ ਮੇਰੇ ਨਾਲ ਸੀਗਾ, ਉਸਨੇ ਉਹ ਗੱਲ ਸੁਣੀ, ਔਰ ਉਸਨੂੰ ਮੈਂ ਪੁੱਛਿਆ ਕਿ ਕੋਈ ਇਸ ਤਰ੍ਹਾਂ ਦਾ ਪਿੰਡ ਇੱਥੇ ਹੈ? ਤਾਂ ਉਹਨਾਂ ਨੇ ਦੱਸਿਆ ਕਿ ਪਟਿਆਲਾ ਜਿੱਥੇ ਆਪਾਂ ਖੜੇ ਆ, ਇੱਥੋਂ 10 ਕਿਲੋਮੀਟਰ ਦੀ ਦੂਰੀ ਤੇ ਇੱਕ ਬੋਹੜਪੁਰ ਪਿੰਡ ਹੈ ਰਾਜਪੁਰਾ ਰੋਡ ਤੇ ਜੀ। ਤਾਂ ਮੈਂ ਆਪਣੇ ਦੋਸਤਾਂ ਨੂੰ ਕਿਹਾ ਕਿ ਆਪਾਂ ਇਸ ਤਰ੍ਹਾਂ ਉਹਨਾਂ ਨੂੰ ਸਟੋਰੀ ਦਾ ਕੁਝ ਦੱਸਿਆ, ਤਾਂ ਉਹ ਵੀ ਐਕਸਾਈਟਡ ਹੋਏ, ਔਰ ਮੇਰੇ ਨਾਲ ਕਹਿੰਦੇ ਕਿ ਆਪਾਂ ਹੁਣੇ ਹੀ ਉਸ ਪਿੰਡ ਦੇ ਵਿੱਚ ਜਾਣਾ। ਤਾਂ ਆਪਾਂ ਉਸੇ ਟਾਈਮ 1 ਘੰਟੇ ਦੇ ਵਿੱਚ ਆਪਾਂ ਗੱਡੀ ਲੈ ਕੇ ਉਸ ਪਿੰਡ ਦੇ ਵਿੱਚ ਪਹੁੰਚਦੇ ਹਾਂ, ਪਿੰਡ ਬੋਹੜਪੁਰ। ਔਰ ਫਿਰ ਮੈਂ ਦੁਬਾਰਾ ਆਪਣੀ ਭੂਆ ਜੀ ਨੂੰ ਫੋਨ ਲਾਉਣਾ ਕਿ ਪਲੀਜ਼ ਕੁਝ ਮੈਨੂੰ ਹੋਰ ਦੱਸ ਸਕਦੇ ਹੋ, ਮੇਰੇ ਨਾਨਾ ਜੀ ਦਾ ਨਾਮ ਜਾਂ ਕੁਝ ਇਸ ਤਰ੍ਹਾਂ ਦਾ ਹਿੰਟ ਕਿ ਮੈਂ ਆਪਣੇ
ਬੋਹੜਪੁਰ ਪਿੰਡ ਦੇ ਵਿੱਚ ਕੁਝ ਉਹਨਾਂ ਨੂੰ ਲੱਭ ਸਕਾਂ। ਤਾਂ ਉਹਨਾਂ ਨੂੰ ਇਸ ਤੋਂ ਇਲਾਵਾ ਹੋਰ ਕੋਈ ਚੀਜ਼ ਦਾ ਕੋਈ ਵੀ ਇਲਮ ਨਹੀਂ ਸੀ ਹੈਗਾ ਕਿ ਕੋਈ ਕੀ ਨਾਮ ਹੈ ਕਿਸੇ ਦਾ। ਤਾਂ ਅਚਾਨਕ ਮੇਰੇ ਜਿਹੜੇ ਇੱਕ ਤਾਇਆ ਜੀ ਸਨ, ਉਹ ਵੀ ਮੇਰੇ ਮੰਮੀ ਪਾਪਾ ਦੀ ਮੈਰਿਜ ਤੇ ਉੱਥੇ ਹਰਿਆਣਾ ਗਏ ਸੀ। ਤਾਂ ਉਹਨਾਂ ਨੇ ਸ਼ਾਇਦ ਉਹ ਫੈਮਿਲੀ ਨੂੰ ਦੇਖਿਆ ਸੀਗਾ, ਮੇਰੇ ਨਾਨਕਾ ਪਰਿਵਾਰ ਨੂੰ, ਤੇ ਮੈਂ ਉਹਨਾਂ ਨੂੰ ਪੁੱਛਿਆ, ਕਿਉਂਕਿ ਉਹ ਵੀ ਮੇਰੇ ਨਾਲ 5-6 ਸਾਲਾਂ ਤੋਂ ਅਟੈਚਡ ਹੈ, ਔਰ ਉਹਨਾਂ ਨੂੰ ਮੈਂ ਰਿਕੁਐਸਟ ਕੀਤੀ ਕਿ ਤੁਸੀਂ ਕੁਝ ਦੱਸ ਸਕਦੇ ਹੋ ਮੇਰੇ ਨਾਨਕਾ ਪਰਿਵਾਰ ਬਾਰੇ। ਤਾਂ ਉਹਨਾਂ ਨੇ ਅੱਧੇ ਘੰਟੇ ਬਾਅਦ ਮੈਨੂੰ ਬੈਕ ਕਾਲ ਕਰਕੇ ਕੁਝ ਯਾਦ ਕਰਕੇ ਦੱਸਿਆ ਕਿ ਹਾਂ ਬੇਟਾ, ਮੈਂ ਤੇਰੇ ਨਾਨਾ ਜੀ ਨੂੰ ਮਿਲਿਆ ਸੀ ਤੇਰੀ ਮੰਮਾ ਦੀ ਸ਼ਾਦੀ ਤੇ, ਔਰ ਉਹਨਾਂ ਦਾ ਪੈਰਾਲਾਈਜ਼ ਦੇ ਨਾਲ ਜਿਹੜਾ ਫੇਸ ਆ ਉਹ ਇੱਕ ਸਾਈਡ ਨੂੰ ਹੋ ਗਿਆ ਸੀ। ਤਾਂ ਉਹ ਮੇਰੇ ਵਾਸਤੇ ਸ਼ਾਇਦ ਬੜਾ ਵੱਡਾ ਇੱਕ ਕਲੂ ਮੈਨੂੰ ਮਿਲ ਚੁੱਕਾ ਸੀਗਾ। ਔਰ ਜਦੋਂ ਮੈਂ ਇੱਕ ਪਿੰਡ ਦੇ ਵਿੱਚ ਪਹੁੰਚਿਆ, ਬੋਹੜਪੁਰ ਪਿੰਡ ਦੇ ਵਿੱਚ, ਤਾਂ ਸਭ ਤੋਂ ਪਹਿਲਾਂ ਜੋ ਬਜ਼ੁਰਗ ਬੈਠੇ ਸੀ ਸੱਥ ਦੇ ਵਿੱਚ, ਤੇ ਉਹਨਾਂ ਨੂੰ ਮੈਂ ਪੁੱਛਿਆ ਕਿ ਤੁਹਾਡੇ ਪਿੰਡ ਦੇ ਵਿੱਚ ਅੱਜ ਤੋਂ 10 ਸਾਲ ਪਹਿਲਾਂ ਜਾਂ 5 ਸਾਲ ਪਹਿਲਾਂ ਜਾਂ ਪ੍ਰੈਜ਼ੈਂਟ ਟਾਈਮ ਦੇ ਵਿੱਚ ਕੋਈ ਇਹੋ ਜਿਹੇ ਬਜ਼ੁਰਗ ਹੋਣ ਜਿਨ੍ਹਾਂ ਨੂੰ ਪੈਰਾਲਾਈਜ਼ ਹੋਇਆ। ਮੈਂ ਅਜੇ ਗੱਲ ਕਰ ਹੀ ਰਿਹਾ ਸੀ ਤਾਂ ਉਹ ਬਜ਼ੁਰਗਾਂ ਨੇ ਕਿਹਾ ਕਿ ਹਾਂ, ਪ੍ਰੀਤਮ ਸਿੰਘ ਉਹਨਾਂ ਦਾ ਨਾਮ ਸੀ, ਇੱਕੋ ਸ਼ਖਸ ਹੈ। ਤਾਂ ਸ਼ਾਇਦ ਉਹ ਮੇਰੇ ਨਾਨਾ ਜੀ ਸਨ, ਔਰ ਮੇਰੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ। ਮੈਂ ਸੋਚ ਰਿਹਾ ਸੀ ਕਿ ਸ਼ਾਇਦ ਮੈਂ ਹੁਣ ਆਪਣੀ ਮਾਂ ਦੇ ਬਹੁਤ ਨਜ਼ਦੀਕ ਹਾਂ, ਮੈਂ ਆਪਣੇ ਨਾਨਕੇ ਪਰਿਵਾਰ ਸ਼ਾਇਦ ਲੱਭ ਲੈਣਾ ਆ। ਔਰ ਗੁਰੂ ਸਾਹਿਬ ਨੇ ਜਿਸ ਤਰ੍ਹਾਂ ਸੰਜੋਗ ਲਿਖਣਾ ਹੋਏ, ਸਾਨੂੰ ਕੋਈ ਜ਼ਿਆਦਾ ਸਟਰਗਲ ਨਹੀਂ ਕਰਨਾ ਪਿਆ ਉਸ ਸਮੇਂ ਲੱਭਣ ਦੇ ਵਿੱਚ। ਜੋ 35 ਸਾਲਾਂ ਦਾ ਵਿਛੋੜਾ ਸੀਗਾ, ਉਹ ਗੁਰੂ ਸਾਹਿਬ ਨੇ 2 ਘੰਟਿਆਂ ਦੇ ਵਿੱਚ ਮੈਨੂੰ ਮੇਰੇ ਨਾਨਕਾ ਪਰਿਵਾਰ ਤੱਕ ਪਹੁੰਚਾਇਆ। ਔਰ ਜਦੋਂ ਮੈਂ ਪੁੱਛਦਿਆਂ ਉਸ ਘਰ ਦੇ ਬਾਹਰ ਖੜਾ ਹਾਂ, ਮੈਂ ਗੱਡੀ ਦੇ ਵਿੱਚ ਆਪਣੇ ਫਰੈਂਡਸ ਦੇ ਨਾਲ ਬੈਠਾ ਆ, ਔਰ ਮੇਰੀ ਗੱਡੀ ਦੇ ਅੱਗੋਂ ਦੀ ਇੱਕ ਬਜ਼ੁਰਗ ਔਰਤ ਲੰਘਦੇ। ਤਾਂ ਮੈਂ ਆਪਣੇ ਦੋਸਤਾਂ ਨੂੰ ਕਹਿੰਦਾ ਕਿ ਸ਼ਾਇਦ ਇਹ ਮੇਰੀ ਨਾਨੀ ਜੀ ਹੋਣ। ਤੁਹਾਨੂੰ ਕੋਈ ਮੜੰਗਾ ਲਾਈਕ ਤੁਹਾਨੂੰ ਕੋਈ ਤੁਹਾਡੀ ਮਦਰ ਦੀ ਤਸਵੀਰ ਵੇਖੀ ਸੀ ਤੁਸੀਂ, ਔਰ ਤੁਹਾਨੂੰ ਲੱਗਾ ਕਿ ਇਹ ਮੜੰਗਾ ਮੇਰੀ ਮਦਰ ਤੇ ਲੱਗਦਾ? ਜੀ, ਸ਼ਾਇਦ ਮੈਨੂੰ ਕੋਈ ਆਪਣਾ ਲੱਗਾ ਕਿ ਜਦੋਂ ਉਹਨਾਂ ਨੇ ਗੱਡੀ ਦੇ ਵਿੱਚ ਮੈਨੂੰ ਗੱਡੀ ਦੇ ਬਾਹਰੋਂ ਮੇਰੀ ਕਾਰ ਦੇ ਅੱਗੋਂ ਦੀ ਲੰਘੇ ਆ, ਤਾਂ ਮੈਂ ਫਰੈਂਡਸ ਨੂੰ ਕਿਹਾ ਕਿ ਸ਼ਾਇਦ ਇਹ ਮੇਰੀ ਨਾਨੀ ਲੱਗਦੇ ਆ। ਤਾਂ ਉਹੀ ਗੱਲ ਹੋਈ, ਮੈਂ ਸਭ ਤੋਂ ਪਹਿਲਾਂ ਤੇ ਗੱਡੀ ਦੇ ਵਿੱਚ ਬੈਠ ਕੇ ਆਪਣੀ ਮਿਸਿਸ ਨੂੰ ਫੋਨ ਕੀਤਾ, ਆਪਣੇ 1-2 ਫਰੈਂਡਸ ਨੂੰ ਕਾਲ ਕੀਤੀ ਕਿ ਮੈਂ ਸ਼ਾਇਦ ਆਪਣੇ ਨਾਨੀ ਦੇ ਘਰ ਪਹੁੰਚ ਚੁੱਕਾ ਹਾਂ, ਮੈਂ ਅੰਦਰ ਜਾ ਸਕਦਾ ਹਾਂ ਕਿ ਨਹੀਂ। ਮੈਂ ਉਹਨਾਂ ਦੀ ਸਲਾਹ ਲਈ, ਤਾਂ ਮੈਨੂੰ ਸਾਰਿਆਂ ਨੇ ਕਿਹਾ ਕਿ ਤੈਨੂੰ ਅੰਦਰ ਜਾਣਾ ਚਾਹੀਦਾ। ਤਾਂ ਮੈਂ ਜਿਹੜਾ ਆਪਣੇ ਦੋਸਤ ਦੇ ਨਾਲ ਉਸ ਘਰ ਦੇ ਵਿੱਚ ਜਦੋਂ ਐਂਟਰ ਹੋਣਾ, ਦਰਵਾਜ਼ਾ ਖੜਕਾਉਣਾ, ਤਾਂ ਤੁਸੀਂ ਸੱਚ ਕਰਕੇ ਜਾਣਿਓ, ਜਿਹੜੇ ਬਜ਼ੁਰਗ ਔਰਤ ਨੂੰ ਮੈਂ ਕਿਹਾ ਸੀ ਕਿ ਮੇਰੇ ਨਾਨੀ ਜੀ ਹੋਣਗੇ, ਉਹੀ ਔਰਤ ਜਿਹੜੇ ਮੇਰੇ ਨਾਨੀ ਦੇ ਰੂਪ ਦੇ ਵਿੱਚ ਉਹ ਦਰਵਾਜ਼ਾ ਖੋਲ ਦੇਣ। ਮੈਂ ਉਹਨਾਂ ਨੂੰ ਨਮਸਕਾਰ ਕਰਦਾ ਹਾਂ, ਔਰ ਮੈਂ ਉਹਨਾਂ ਨੂੰ ਕਹਿਣਾ ਹੈ ਕਿ ਤੁਹਾਡੇ ਨਾਲ ਕੋਈ ਗੱਲਬਾਤ ਕਰਨੀ, ਅੰਦਰ ਆ ਸਕਦੇ ਆ। ਤਾਂ ਉਹਨਾਂ ਨੇ ਅੰਦਰ ਬੁਲਾਇਆ, ਬਿਠਾਇਆ, ਔਰ ਪਾਣੀ ਜਦੋਂ ਲੈ ਕੇ ਆਏ ਨੇ, ਮੇਰੇ ਹੱਥ ਦੇ ਵਿੱਚ ਪਾਣੀ ਫੜਾਉਣ ਤੋਂ ਪਹਿਲਾਂ ਉਹਨਾਂ ਨੇ ਮੈਨੂੰ ਕਿਹਾ ਕਿ ਬੇਟਾ, ਕਿਤੇ ਦੇਖਿਆ ਲੱਗਦਾ। ਤਾਂ ਉਸ ਸਮੇਂ ਮੇਰੀਆਂ ਅੱਖਾਂ ਦੇ ਵਿੱਚ ਪੂਰੇ ਹੰਝੂ ਆਉਣੇ ਸ਼ੁਰੂ ਹੋ ਗਏ ਸੀ ਕਿ ਸ਼ਾਇਦ ਇਹ ਮੇਰੀ ਨਾਨੀ ਹੈ, ਬਟ ਮੈਂ ਅਜੇ ਕਲੀਅਰ ਕਰਨਾ ਚਾਹੁੰਦਾ ਸੀ ਕਿ ਸ਼ਾਇਦ ਇਹ ਮੇਰਾ ਨਾਨਕਾ ਪਰਿਵਾਰ ਹੀ ਹੈ। ਤਾਂ ਮੈਂ ਉਹਨਾਂ ਨੂੰ ਕੁਐਸਚਨ ਪੁੱਟ ਕੀਤੇ, ਉਹੀ ਜੋ ਮੈਂ ਪਿੰਡ ਦੇ ਬਾਹਰ ਬਜ਼ੁਰਗ ਨੂੰ ਪੁੱਛੇ ਸਨ ਕਿ ਇਹ ਤੁਹਾਡੀਆਂ ਕਿੰਨੀਆਂ ਬੇਟੀਆਂ ਹਨ, ਕਿੰਨੇ ਬੱਚੇ ਹਨ। ਤਾਂ ਪਹਿਲਾਂ ਤਾਂ ਉਹ ਥੋੜੇ ਗੁੱਸੇ 'ਚ ਵੀ ਆਏ ਕਿ ਤੁਸੀਂ ਕੌਣ ਹੁੰਦੇ ਹੋ, ਇਹ ਪਰਸਨਲ ਸਵਾਲ ਆ ਕੇ ਪੁੱਛਣ ਵਾਲੇ। ਤਾਂ ਸ਼ਾਇਦ ਉਹਨਾਂ ਨੇ ਮੇਰੀਆਂ ਅੱਖਾਂ ਦੇ ਵਿੱਚ ਉਹ ਹੰਝੂ ਦੇਖ ਕੇ ਮੈਨੂੰ ਦੱਸਣਾ ਸ਼ੁਰੂ ਕੀਤਾ ਕਿ ਹਾਂ, ਮੈਂ ਆਪਣੀ ਨਾਨੀ ਨੂੰ ਕੁਐਸਚਨ ਪੁੱਟ ਨਹੀਂ ਸੀ ਕਰਨਾ ਚਾਹੁੰਦਾ, ਮੈਂ ਬਸ ਉਹਨਾਂ ਦੇ ਗੱਲ ਲਾ ਕੇ ਇੱਕ ਵਾਰੀ ਰੋਣਾ ਚਾਹੁੰਦਾ ਸੀ ਬਹੁਤ ਜ਼ਿਆਦਾ, ਬਟ ਮੇਰੀ ਮਜਬੂਰੀ ਸੀ, ਮੈਨੂੰ ਪੁੱਛਣਾ ਪੈਣਾ ਸੀ। ਪਰ ਜਦੋਂ ਮੈਂ ਉਹਨਾਂ ਨੂੰ ਪੁੱਛਿਆ ਕਿ ਨਾਨੀ ਆਂਟੀ ਜੀ ਤੁਹਾਡੇ ਕਿੰਨੇ ਬੱਚੇ ਹਨ, ਤਾਂ ਉਹਨਾਂ ਨੇ ਦੱਸਿਆ ਮੇਰੀਆਂ 4 ਬੇਟੀਆਂ ਔਰ 1 ਬੇਟਾ ਆ। ਫਿਰ ਮੈਂ ਪੁੱਛਿਆ ਕਿ ਕਿਸੇ ਬੇਟੀ ਦੀ ਹਸਬੈਂਡ ਦੀ ਡੈਥ ਹੋਈ ਹੋਏ, ਤੁਸੀਂ ਉਹਨਾਂ ਨੂੰ ਵਾਪਸ ਲਿਆਂਦਾ ਹੋਏ, ਉਹਨਾਂ ਦਾ ਕੋਈ ਬੇਟਾ ਹੋਵੇ। ਤਾਂ ਉਹਨਾਂ ਨੇ ਥੋੜਾ ਝਿਜਕਾਉਂਦਿਆਂ ਹੋਇਆ ਦੱਸਿਆ ਕਿ ਹਾਂ, ਇੱਕ ਮੇਰੀ ਬੇਟੀ ਹੈ, ਸ਼ਾਇਦ ਉਹਨਾਂ ਦਾ ਮੇਰੇ ਨਾਨਕੇ ਪਰਿਵਾਰ ਨੇ ਉਹਨਾਂ ਦਾ ਨਾਮ ਗੋਗੀ ਰੱਖਿਆ ਸੀਗਾ, ਔਰ ਇੱਧਰ ਮੈਂ ਜਿਹੜੀ ਮੇਰੀ ਮਾਤਾ ਦਾ ਨਾਮ ਹਰਜੀਤ ਕੌਰ ਚੱਲਦਾ। ਤਾਂ ਉਹਨਾਂ ਨੇ ਕਿਹਾ ਕਿ ਹਾਂ, ਮੇਰੀ ਇੱਕ ਬੇਟੀ ਹੈ, ਉਸਦੇ ਹਸਬੈਂਡ ਦੀ ਹਰਿਆਣਾ ਦੇ ਵਿੱਚ ਡੈਥ ਹੋਈ ਸੀ, ਔਰ ਉਹਦਾ ਇੱਕ ਬੇਟਾ ਸੀਗਾ ਸੋਨੂ, ਜੋ ਮੇਰਾ ਨਿਕਨੇਮ ਆ ਸੋਨੂ। ਔਰ ਮੇਰਾ ਸਰੀਰ ਪੂਰਾ ਕੰਬਣਾ ਸ਼ੁਰੂ ਹੋ ਗਿਆ। ਉਸ ਟਾਈਮ ਅੱਖਾਂ ਅੱਗੇ ਹਨੇਰਾ ਸੀਗਾ, ਔਰ ਮੈਂ ਆਪਣੀ ਦਾਦੀ ਦੇ ਅੱਖਾਂ ਦੇ ਸਾਹਮਣੇ ਖੜਾ ਹੋ ਕੇ ਕਿਹਾ ਕਿ ਉਹ ਸੋਨੂ ਬਦਨਸੀਬ ਜਿਹੜਾ ਉਹ ਤੇਰੇ ਸਾਹਮਣੇ ਖੜਾ ਆ। ਔਰ ਉਦੋਂ ਜਿਹੜਾ ਤੁਸੀਂ ਸਾਰਿਆਂ ਨੇ ਇਮੋਸ਼ਨਲ ਭਰਿਆ ਸੀਨ ਮੇਰੀ ਮਾਂ ਦੇ ਨਾਲ ਵਿਲਾਪ ਦਾ ਦੇਖਿਆ, ਉਹੀ ਸੇਮ ਮੈਂ ਆਪਣੀ ਨਾਨੀ ਦੀਆਂ ਬਾਹਾਂ 'ਚ, ਔਰ ਉਹ ਵੀ ਬਹੁਤ ਜ਼ਿਆਦਾ ਇਮੋਸ਼ਨਲ ਹੋ ਕੇ ਆਪਾਂ ਜਿਹੜੀ ਆ ਆਪਣੇ ਇੱਕ ਦੂਜੇ ਨੂੰ ਮਿਲੇ, ਔਰ ਉਹਨਾਂ ਨੇ ਮੈਨੂੰ ਕਿਹਾ ਕਿ ਤੂੰ ਕਿੱਥੇ ਸੀ ਇੰਨੇ ਟਾਈਮ ਦਾ। ਉਸ ਤੋਂ ਬਾਅਦ ਅਸੀਂ ਸਾਰੇ ਸਟੇਬਲ ਹੋਏ, ਕੰਟਰੋਲ ਕੀਤਾ ਆਪਣੇ ਆਪ ਨੂੰ ਥੋੜਾ ਬਹੁਤ। ਤਾਂ ਕੁਝ ਸਮੇਂ ਬਾਅਦ ਮੈਂ ਆਪਣਾ ਸਾਰਾ ਉਹਨਾਂ ਨਾਲ ਪੁੱਛਿਆ ਕਿ ਕਿਸ ਤਰ੍ਹਾਂ ਕੀ ਪਰਿਵਾਰ ਹੈ ਸਾਰਾ। ਤਾਂ ਉਹਨਾਂ ਨੇ ਦੱਸਿਆ ਕਿ ਤੇਰੇ ਨਾਨਾ ਜੀ ਜਿਹੜੇ ਸਨ ਉਹ ਵੀ 2013-14 'ਚ ਉਹਨਾਂ ਦੀ ਡੈਥ ਹੋ ਗਈ ਸੀ, ਔਰ ਤੇਰੇ ਇੱਕ ਮਾਮਾ ਜੀ ਹਨ, ਉਹ ਇੰਗਲੈਂਡ ਦੇ ਵਿੱਚ ਕਬੱਡੀ ਖਿਡਾਰੀ ਨੇ, ਉਹਨਾਂ ਦੀ ਫੈਮਿਲੀ ਉੱਥੇ ਆ, ਔਰ ਇੱਕ ਮੇਰੇ ਮਾਸੀ ਜੀ ਸਪੇਨ 'ਚ ਨੇ, ਉਹਨਾਂ ਨੇ ਦੱਸਿਆ, ਔਰ ਇੱਕ ਉਹਨਾਂ ਨੇ ਕਿਹਾ ਕਿ ਕੈਨੇਡਾ ਦੇ ਵਿੱਚ ਨੇ,
ਔਰ ਮੈਂ ਕਿਤੇ ਨਾ ਕਿਤੇ ਬਹੁਤ ਖੁਸ਼ ਹੋਇਆ ਕਿ ਸ਼ਾਇਦ ਹੁਣ ਮੇਰੀ ਮਾਂ ਦਾ ਨਾਮ ਆਉਣ ਵਾਲਾ ਹੈ, ਉਹ ਵੀ ਜੀ ਇੱਕ ਸੈਕਿੰਡ ਲਈ ਮੈਂ ਹੋਲਡ ਕਰਾਂਗਾ ਆਪ ਜੀ ਨੂੰ। ਜੋ ਦੱਸਿਆ ਗਿਆ ਕਿ ਆਪ ਜੀ ਦੇ ਮਾਮਾ ਜੀ ਇੰਗਲੈਂਡ ਦੇ ਵਿੱਚ ਨੇ ਅਤੇ ਉਹ ਖਿਡਾਰੀ, ਨਾਂ ਕੀ ਉਹਨਾਂ ਦਾ? ਜੀ ਮੈਨੂੰ ਨਾਮ ਅਜੇ ਤੱਕ ਪੂਰਾ ਯਾਦ ਨਹੀਂ ਹੋਇਆ ਆਪਣੀ ਫੈਮਿਲੀ ਦਾ, ਕਿਉਂਕਿ 2 ਦਿਨ ਹੋਏ ਨੇ ਮੈਨੂੰ ਮਿਲਿਆ ਸਾਰਿਆਂ ਨੂੰ। ਤਰੇ ਮੈਂ ਕਹਿ ਕੇ ਅੱਲੇ ਜ਼ਖਮਾ ਨੂੰ ਮੈਂ ਫਰੋਲਾ ਨਹੀਂ ਪਤਾ। ਔਰ ਮਾਸੀ ਜੀ ਦਾ ਜ਼ਿਕਰ ਕੀਤਾ ਸਪੇਨ ਵਾਲੀ ਦਾ, ਤੇ ਮਾਸੀ ਜੀ ਕਿਉਂਕਿ ਇਹ ਪ੍ਰੋਗਰਾਮ ਜਿਹੜਾ ਇਸ ਵੇਲੇ ਦੁਨੀਆ 'ਚ ਵੇਖਿਆ ਜਾ ਰਿਹਾ, ਇਸ ਪ੍ਰੋਗਰਾਮ ਨੂੰ ਕੋਈ 26 ਕੰਟਰੀਆਂ ਵਿੱਚ ਵਾਚ ਕੀਤਾ ਜਾ ਰਿਹਾ, ਕੋਈ 4 ਮਿਲੀਅਨ ਤੇ ਲੋਕ ਵਾਚ ਕਰਦੇ ਨੇ ਮੈਨੂੰ ਇਸ ਵੇਲੇ। ਸੋ ਇਹ ਜਿਹੜਾ ਬਰਲਾਪ ਆ, ਇਹ ਜਿਹੜਾ ਤੁਹਾਡਾ ਵਿਛੋੜੇ ਦਾ ਸਫ਼ਰ ਆ, ਸੋ ਜਿਹੜਾ ਕੈਨੇਡਾ ਵਿੱਚ ਤੁਹਾਡੀ ਮਾਸੀ ਜੀ ਆ, ਉਹਦਾ ਤੁਹਾਡੀ ਮਦਰ ਤੋਂ ਛੋਟੇ ਨੇ, ਮਦਰ ਤੋਂ ਵੱਡੇ ਨੇ? ਆਈ ਥਿੰਕ ਮੇਰੇ ਮਦਰ ਦੂਸਰੇ ਨੰਬਰ ਤੇ ਆ ਸ਼ਾਇਦ, ਔਰ ਮੇਰੀ ਮਾਸੀ ਜੀ ਸਪੇਨ 'ਚ ਨੇ, ਇੱਕ ਬੇਬੀ ਉਹਨਾਂ ਦਾ ਨਾਮ, ਔਰ ਇੱਕ ਉੱਥੇ ਪਟਿਆਲਾ ਯੂਨੀਵਰਸਿਟੀ ਦੇ ਵਿੱਚ ਰਹਿ ਰਹੇ ਨੇ। 4 ਮਾਸੀਆਂ ਨੇ। ਜਿਹੜੀ ਕੈਨੇਡਾ ਵਿੱਚ ਮਾਸੀ ਜੀ ਨੇ, ਉਹਨਾਂ ਦਾ ਨਾਮ ਭਾਈ ਸਾਹਿਬ ਆਪ ਜੀ ਨੂੰ ਦੱਸਿਆ ਗਿਆ? ਜੀ ਨਹੀਂ, ਸੌਰੀ, ਮੈਂ ਅਜੇ ਨਾਮ ਮੈਨੂੰ ਨਹੀਂ ਚੰਗੀ ਤਰ੍ਹਾਂ ਯਾਦ ਸਾਰਿਆਂ ਦੇ, ਕਿਉਂਕਿ ਮੈਂ ਉਸ ਪਰਿਵਾਰ ਨੂੰ ਅਸੀਂ ਮੁਬਾਰਕਬਾਦ ਦਈਏ ਕਿ ਤੁਹਾਡਾ ਭਾਣਜਾ ਅੱਜ ਗੱਲ ਕਰ ਰਿਹਾ 35 ਸਾਲ ਬਾਅਦ। ਉਸ ਘਰ ਵਿੱਚ ਵੀ ਖੁਸ਼ੀ ਹੋਵੇਗੀ। ਮੈਨੂੰ ਲੱਗਦਾ ਜਿੰਨੀਆਂ ਵੀ ਮਾਸੀਆਂ ਨੇ, ਜਿੰਨੇ ਵੀ ਤੁਹਾਡਾ ਰਿਸ਼ਤਾ ਆ, ਉਹ ਦੁਬਾਰਾ ਫਿਰ ਘਰ ਦੇ ਵਿੱਚ ਖੁਸ਼ੀ ਹੋਵੇਗੀ ਫॉर श्योर। 35 ਸਾਲਾਂ ਬਾਅਦ ਵਿਛੋੜੇ ਦਾ ਸਫ਼ਰ ਜਿਹੜਾ ਆ ਉਹ ਇੱਕ ਵੱਖਰਾ ਸੀ, ਪਰ ਹੁਣ ਤੁਸੀਂ ਇਕੱਠੇ ਕੀਤਾ ਵਾਹਿਗੁਰੂ ਦੀ ਕਿਰਪਾ ਨਾਲ। ਅੱਛਾ, ਕੈਰੀ ਔਨ ਪਲੀਜ਼, ਆਪਣੀ ਜ਼ਿੰਦਗੀ ਨੂੰ ਕੈਰੀ ਔਨ ਕਰੋ। ਜੀ ਉਸ ਤੋਂ ਬਾਅਦ ਜਦੋਂ ਮੈਂ ਆਪਣੀ ਨਾਨੀ ਨੂੰ, ਜਦੋਂ ਮੇਰੀ ਨਾਨੀ ਨੇ ਪੂਰੀ ਫੈਮਿਲੀ ਬਾਰੇ ਦੱਸਿਆ, ਤਾਂ ਮੇਰੇ ਮਨ ਦੇ ਵਿੱਚ ਬੜੀ ਖੁਸ਼ੀ ਸੀ ਕਿ ਪੂਰਾ ਪਰਿਵਾਰ ਜਿਹੜਾ ਉਹ ਵੈਲ ਸੈਟਲਡ ਆ, ਆਪਣੀ ਜਗ੍ਹਾ ਸਾਰੇ ਸਹੀ ਨੇ। ਔਰ ਅਗਲਾ ਨੰਬਰ ਜਦੋਂ ਮੈਂ ਆਪਣੀ ਮਾਂ ਬਾਰੇ ਪੁੱਛਾਂਗਾ ਤੇ ਉਹ ਵੀ ਬੜਾ ਵਧੀਆ ਮੈਨੂੰ ਦੱਸਣਗੇ ਕਿ ਤੇਰੀ ਮਾਂ ਬੜੇ ਵਧੀਆ ਤਰੀਕੇ 'ਚ ਰਹਿ ਰਹੇ ਨੇ। ਔਰ ਮੈਨੂੰ ਜਦੋਂ ਨਾਨੀ ਜੀ ਨੇ ਦੱਸਿਆ ਕਿ ਆਪਾਂ ਉਹਨਾਂ ਦੀ ਸ਼ਾਦੀ ਆ, ਜਦੋਂ ਤੇਰੀ ਮਾਂ ਤੋਂ ਵਿਛੋੜਾ ਹੋਇਆ, ਆਪਾਂ ਇੱਥੇ ਲਿਆਂਦਾ, ਕਿਉਂਕਿ ਮੇਰੀ ਮਮ ਦੀ ਉਮਰ ਉਦੋਂ ਮੇਬੀ ਬਹੁਤ, ਮੇਰੇ ਲੱਗਦਾ ਕਿ 17-18 ਸਾਲ ਦੀ ਸੀ, ਕਾਫੀ ਛੋਟੀ ਉਮਰ ਸੀ ਜਦੋਂ ਮੇਰੀ ਮੰਮੀ ਦੀ ਮੈਰਿਜ ਵੀ ਹੋਈ ਸੀ। ਔਰ ਜਦੋਂ ਉਹਨਾਂ ਨੇ ਅਗਲੇ ਜੀਵਨ ਦੀ ਸ਼ੁਰੂਆਤ ਕਰਨੀ ਚਾਹੀ, ਕਿਉਂਕਿ ਹਰ ਇੱਕ ਮਾਂ ਪਿਓ ਇਹੀ ਚਾਹੇਗਾ ਕਿ ਮੇਰਾ ਬੱਚਾ ਜਿਹੜਾ ਉਹ ਅੱਗੇ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰੇ, ਉਸੇ ਤਰ੍ਹਾਂ ਹੀ ਉਹਨਾਂ ਨੇ ਕੀਤਾ। ਤਾਂ ਕਹਿੰਦੇ ਨੇ ਕਿ ਕਰਮਾਂ ਦੇ ਲੈਣੇ ਦੇਣੇ, ਜਿਹੜੇ ਦੁੱਖ ਸੁੱਖ ਨੇ ਉਹ ਇਸੇ ਤਰ੍ਹਾਂ ਹੀ ਚੱਲਦੇ ਆ। ਔਰ ਮੇਰੀ ਮਾਂ ਬਾਰੇ ਉਹਨਾਂ ਨੇ ਦੱਸਿਆ ਕਿ ਜਦੋਂ ਆਪਾਂ ਉਹਨਾਂ ਦੀ ਅਗਲੇ ਘਰ ਦੇ ਵਿੱਚ ਸ਼ਾਦੀ ਕੀਤੀ ਤਾਂ ਉੱਥੋਂ 3 ਬੇਟੀਆਂ ਔਰ 1 ਬੇਟੇ ਨੇ ਜਨਮ ਲਿਆ, ਪਰ ਜਿਹੜੇ ਹਸਬੈਂਡ ਸੀਗੇ ਉਹ ਉਹਨਾਂ ਦੇ ਨਾਲ ਸਹੀ ਵਰਤਾਵ ਨਹੀਂ ਕੀਤਾ। ਉਹ ਸ਼ਰਾਬੀ ਕਬਾਬੀ ਸਨ, ਉਹਨਾਂ ਨੇ ਬਹੁਤ ਜ਼ਿਆਦਾ ਦੁੱਖ ਦਿੱਤੇ ਅੱਗੇ ਫਿਰ ਉਹਨਾਂ ਨੂੰ। ਔਰ ਫਿਰ ਵੀ ਮੈਂ ਸਹਿਨ ਕੀਤਾ ਕਿ ਚਲੋ ਕੋਈ ਗੱਲ ਨਹੀਂ, ਜਿਹੜੇ ਦੁੱਖ ਸੁੱਖ ਨੇ ਉਹ ਚੱਲਦੇ ਰਹਿੰਦੇ ਨੇ। ਔਰ ਉਦੋਂ ਮੈਨੂੰ ਬਹੁਤ ਜ਼ਿਆਦਾ ਦੁੱਖ ਲੱਗਾ ਕਿ ਜਦੋਂ ਅਗਲੀ ਗੱਲ ਮੇਰੀ ਮਾਂ ਬਾਰੇ ਦੱਸੀ ਕਿ ਤੇਰੀ ਮਾਂ ਦੀ ਜਿਹੜੀ ਲੱਤ ਆ ਉਹ ਵੀ ਟੁੱਟ ਚੁੱਕੀ ਹੈ, ਤੁਹਾਡੀ ਮਾਂ ਜਿਹੜੀ ਆ ਉਹ ਆਪਣੇ ਪੈਰਾਂ ਤੇ ਵੀ ਖੜੀ ਨਹੀਂ ਹੋ ਸਕਦੀ। ਤਾਂ ਉਦੋਂ ਮੈਨੂੰ ਅੰਦਰੇ ਅੰਦਰ, ਮਤਲਬ ਕਿ ਮੈਂ ਦੱਸ ਨਹੀਂ ਸਕਦਾ, ਸ਼ਬਦਾਂ 'ਚ ਬਿਆਨ ਨਹੀਂ ਕਰ ਸਕਦਾ ਕਿ ਮੈਂ ਆਪਣੇ ਆਪ ਨੂੰ ਕਿੰਨਾ ਕੋਸਣਾ ਸ਼ੁਰੂ ਕੀਤਾ, ਕਿਉਂਕਿ ਮੈਂ ਆਪਣੇ ਹੱਥਾਂ ਦੇ ਨਾਲ ਕਈਆਂ ਮਾਵਾਂ ਦੀਆਂ ਆਪਰੇਸ਼ਨ ਕਰਾ ਚੁੱਕਾ ਹਾਂ, ਕਈਆਂ ਦੇ ਇਲਾਜ ਕਰਾ ਚੁੱਕਾ ਹਾਂ। ਔਰ ਮੇਰੀ ਆਪਣੀ ਮਾਂ ਜਿਹੜੀ ਆ ਉਹ ਇਸ ਹਾਲਤ ਦੇ ਵਿੱਚ ਸੀ ਕਿ ਮੈਂ ਤੁਹਾਨੂੰ ਬਿਆਨ ਨਹੀਂ ਕਰ ਸਕਦਾ ਕਿ ਮੈਨੂੰ ਕਿੰਨਾ ਦੁੱਖ ਸੀ ਉਸ ਸਮੇਂ। ਔਰ ਮੇਰੀ ਨਾਨੀ ਔਰ ਮੇਰੀ ਮਾਸੀ ਜੀ ਨੇ ਕਿਹਾ ਕਿ ਤੂੰ ਹੁਣ ਆਪਾਂ ਤੇਰੀ ਮਾਂ ਨਾਲ ਤੈਨੂੰ ਮਿਲਾਉਣਾ ਆ, ਫੋਨ ਤੇ ਗੱਲ ਕਰਾਉਣੀ ਹੈ। ਬਟ ਮੇਰੇ 'ਚ ਦਮ ਨਹੀਂ ਸੀ, ਮੇਰੇ 'ਚ ਹਿੰਮਤ ਨਹੀਂ ਸੀ, ਮੈਨੂੰ ਕੁਛ ਨਹੀਂ ਸੀ ਦਿਖ ਰਿਹਾ। ਮੈਂ ਉਹਨਾਂ ਨੂੰ ਇੱਕੋ ਗੱਲ ਕਹੀ ਕਿ ਮੈਂ ਹੁਣ ਇਕੱਲਾ ਆਇਆ ਵਾਂ, ਮੈਂ ਸਵੇਰੇ ਆਪਣੀ ਫੈਮਿਲੀ ਦੇ ਨਾਲ, ਆਪਣੇ ਫਰੈਂਡਸ ਦੇ ਨਾਲ ਜਿਹੜੇ ਮੈਨੂੰ ਪਿਆਰ ਕਰਦੇ ਨੇ ਉਹਨਾਂ ਦੇ ਨਾਲ ਮੈਂ ਸਵੇਰੇ ਇੱਥੇ ਤੁਸੀਂ ਆਪਣੇ ਨਾਨਕੇ ਜੋ ਬੋਹੜਪੁਰ ਪਿੰਡ ਆ, ਉੱਥੇ ਤੁਸੀਂ ਮੇਰੀ ਮੰਮਾ ਨੂੰ ਲੈ ਆਓ, ਮੈਂ ਸਵੇਰੇ ਆਪਣੀ ਵਿਦ ਫੈਮਿਲੀ ਆ ਕੇ ਇੱਥੇ ਮਿਲਾਂਗਾ। ਤਾਂ ਉਸ ਰਾਤ ਫਿਰ ਅਸੀਂ ਵਾਪਸ ਕਾਦੀਆਂ ਦੇ ਵਿੱਚ ਆ ਜਾਂਦੇ ਹਾਂ ਔਰ ਅਗਲੇ ਦਿਨ ਆਪਾਂ ਜਾਣਾ ਆ ਆਪਣੀ ਮਾਂ ਨੂੰ ਲੈਣ ਵਾਸਤੇ। ਔਰ ਉਹ ਰਾਤ ਜਿਹੜੀ ਮੇਰੇ 35 ਸਾਲਾਂ ਦੀ ਸਭ ਤੋਂ ਲੰਬੀ ਰਾਤ ਉਹ ਮੇਰੀ ਲੰਘੀ ਕਿ ਮੈਂ ਆਪਣੀ ਮਾਂ ਨੂੰ ਅੱਜ ਪਾ ਤਾਂ ਲਿਆ, ਪਰ ਮੇਰੀ ਮਾਂ ਦੇ ਦੁੱਖ ਮੇਰੇ ਕੋਲ, ਮੇਰੇ ਅੱਖਾਂ ਦੇ ਸਾਹਮਣੇ ਆ ਰਹੇ ਨੇ ਕਿ ਮੇਰੀ ਮਾਂ ਇਸ ਦੁੱਖ ਦੇ ਵਿੱਚ ਪੈ ਰਹੀ ਹੈ। ਮੈਂ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਪ੍ਰਮਾਤਮਾ ਉਹਨੂੰ ਤੂੰ ਜਿਹੜੇ ਦੁੱਖ ਉਹਦੇ ਮਿਲੇ ਆ ਉਹਦੇ ਕਰਮਾਂ ਦੇ ਅਨੁਸਾਰ, ਪਰ ਕਿਰਪਾ ਕਰਕੇ ਉਹਦੀ ਲੱਤ, ਉਹਦਾ ਸਰੀਰ ਤੇ ਤੰਦਰੁਸਤ ਰੱਖਦਾ। ਪਰ ਫਿਰ ਵੀ ਉਹ ਰਾਤ ਮੇਰੇ ਵਾਸਤੇ ਬੜੀ ਲੰਬੀ ਸੀਗੀ। ਮੈਂ ਜਲਦੀ ਤੋਂ ਜਲਦੀ ਆਪਣੀ ਮਾਂ ਤੱਕ ਪਹੁੰਚਣਾ ਚਾਹੁੰਦਾ ਸੀਗਾ। ਸਵੇਰੇ ਅਰਲੀ ਮਾਰਨਿੰਗ ਅਸੀਂ ਉੱਠਦੇ ਹਾਂ ਆਪਣੇ ਫਰੈਂਡਸ ਦੇ ਨਾਲ, ਆਪਣੀ ਫੈਮਿਲੀ ਦੇ ਨਾਲ, ਔਰ ਜਦੋਂ ਜਾ ਰਹੇ ਹਾਂ ਆਪਾਂ ਪਟਿਆਲੇ, ਸਾਡਾ ਇੱਥੋਂ ਤਕਰੀਬਨ 6 ਘੰਟੇ ਦਾ ਰਸਤਾ ਆ, ਔਰ ਮੇਰੀ ਫੈਮਿਲੀ, ਮੇਰੇ ਫਰੈਂਡਸ ਗੱਡੀ ਦੇ ਵਿੱਚ ਆਪਸ 'ਚ ਇੱਕ ਦੂਜੇ ਨਾਲ ਗੱਲ ਕਰ ਰਹੇ ਆ, ਪਰ ਮੇਰੇ ਮਨ ਦੇ ਵਿੱਚ ਮੇਰੀ ਮਾਂ ਦਾ ਉਹ ਚਿਹਰਾ ਆ ਰਿਹਾ ਸੀ ਕਿ ਜਲਦੀ ਤੋਂ ਜਲਦੀ ਉਹ ਸਫ਼ਰ ਖਤਮ ਹੋਵੇ ਔਰ ਮੈਂ ਆਪਣੇ ਮਾਂ ਦੇ ਚਰਨਾਂ 'ਚ ਜਾ ਕੇ ਮੱਥਾ ਟੇਕਣਾ, ਆਪਣੀ ਮਾਂ ਨੂੰ ਇੱਕ ਵਾਰੀ ਦੇਖਣਾ ਆ ਵੀ ਜਿਹਨੇ ਮੈਨੂੰ ਜਨਮ ਦਿੱਤਾ ਆ ਉਹ ਕਿੱਥੇ ਔਰ ਕਿਹੜੇ ਹਾਲਤ ਦੇ ਵਿੱਚ ਆ। ਤਾਂ ਬੜਾ ਉਹ ਦੁੱਖੀ ਭਰਿਆ ਸਮਾਂ ਜਿਹੜਾ ਸੀਗਾ ਮੇਰਾ ਉਹ ਚੱਲ ਰਿਹਾ ਸੀ।
ਔਰ ਅਚਾਨਕ ਜਦੋਂ ਮੈਂ ਉਸ ਪਿੰਡ ਦੇ ਵਿੱਚ ਪਹੁੰਚਿਆ ਤਾਂ ਮੈਂ ਪਿੰਡ ਦੇ ਬਾਹਰ ਗੁਰਦੁਆਰਾ ਸਾਹਿਬ ਦੇ ਕੋਲ ਆਪਣੇ ਫਰੈਂਡਸ ਨੂੰ, ਕਿਉਂਕਿ ਮੇਰੇ ਨਾਲ ਕਾਫੀ 4-5 ਗੱਡੀਆਂ 'ਚ ਮੇਰੇ ਫਰੈਂਡਸ ਹੋਰ ਵੀ ਕਈ ਸਿਟੀਆਂ 'ਚੋਂ ਆਏ ਸੀ, ਔਰ ਉਹਨਾਂ ਸਾਰੇ ਸਿਆਣੇ ਵੀਰਾਂ ਨੂੰ ਮੈਂ ਇਕੱਠੇ ਕਰਕੇ ਇੱਕ ਬੇਨਤੀ ਕੀਤੀ ਕਿ ਮੇਰੀ ਮਾਂ ਦੀ ਜਿਹੜੀ ਆ ਤਬੀਅਤ ਜਿਹੜੀ ਆ ਉਹ ਇੰਨੀ ਤੰਦਰੁਸਤ ਨਹੀਂ ਹੈ, ਔਰ ਅਚਾਨਕ ਮੈਨੂੰ ਦੇਖ ਕੇ ਮੇਰੀ ਮਾਂ ਕੁਝ ਇਸ ਤਰ੍ਹਾਂ ਦਾ ਉਹਨਾਂ ਨੂੰ ਕੁਝ ਪ੍ਰੋਬਲਮ ਨਾ ਕ੍ਰੀਏਟ ਹੋਵੇ, ਤਾਂ ਤੁਸੀਂ ਥੋੜਾ ਬਹੁਤ ਜਾ ਕੇ ਪਹਿਲਾਂ ਉਹਨਾਂ ਨੂੰ ਹਿੰਟ ਦੇ ਦਿਓ ਕਿ ਹਾਂ ਕੋਈ ਬਹੁਤ ਸਮੇਂ ਪਹਿਲਾਂ ਵਿਛੜਿਆ ਤੈਨੂੰ ਮਿਲਣ ਵਾਸਤੇ ਆ ਰਿਹਾ। ਔਰ ਉਹਨਾਂ ਨੇ ਉਸ ਤਰ੍ਹਾਂ ਹੀ ਕੀਤਾ। ਸਾਰਿਆਂ ਨੇ ਪਹਿਲਾਂ ਜਾ ਕੇ ਮਾਂ ਨੂੰ ਜਿਹੜਾ ਉਹ ਥੋੜਾ ਦੱਸਿਆ, ਔਰ ਉਸ ਤੋਂ ਬਾਅਦ ਜਦੋਂ ਮੈਂ ਆਪਣੇ ਨਾਨਕਾ ਪਰਿਵਾਰ ਦੇ ਵਿੱਚ ਐਂਟਰ ਹੁੰਦਾ ਆ, ਉਹ ਮੈਂ ਲਾਈਵ ਜਦੋਂ ਵੀਡੀਓ ਵੀ ਸ਼ੁਰੂ ਕੀਤੀ ਸੀ ਉਦੋਂ ਉਸ ਟਾਈਮ, ਔਰ ਮੈਂ ਸਾਰੇ ਮੈਨੂੰ ਮਿਲ ਰਹੇ ਸੀ, ਪਰ ਮੈਨੂੰ ਕੁਛ ਨਹੀਂ ਦਿਸ ਰਿਹਾ, ਮੈਨੂੰ ਸਿਰਫ ਇਹ ਮੇਰੀ ਮਾਂ ਚਾਹੀਦੀ ਸੀ, ਉਹ ਕਿੱਥੇ ਆ। ਔਰ ਜਦੋਂ ਮੈਂ ਆਪਣੀ ਮਾਂ ਨੂੰ ਇੱਕ ਕਮਰੇ ਦੇ ਵਿੱਚ ਦੇਖਿਆ, ਉਹ ਵਾਕਰ ਦੇ ਸਹਾਰੇ ਖੜੀ ਹੈ, ਤਾਂ ਮਤਲਬ ਮੈਂ ਉਹ ਚੀਜ਼ ਬਿਆਨ ਨਹੀਂ ਕਰ ਸਕਦਾ। ਉਹ ਸਾਰੀ ਜੋ ਤੁਸੀਂ ਸੋਸ਼ਲ ਮੀਡੀਆ ਤੇ ਦੇਖੀ ਹੈ, ਮੈਂ ਆਪਣੀ ਮਾਂ ਦੇ ਚਰਨਾਂ 'ਚ ਡਿੱਗ ਕੇ, ਔਰ ਮੇਰੀ ਮਾਂ ਵੀ ਉਸੇ ਟਾਈਮ ਬੇਹੋਸ਼ ਹੋ ਕੇ ਡਿੱਗ ਗਈ, ਔਰ ਉਸ ਸਮੇਂ ਮੈਂ ਸਪੀਚਲੈਸ ਹੋ ਕੇ ਉਹ ਜੋ ਸੀਨ ਤੁਸੀਂ ਸਾਰਿਆਂ ਨੇ ਦੇਖਿਆ, ਆਪਣੀ ਮਾਂ ਨੂੰ ਮੈਂ ਪਹਿਲੀ ਵਾਰੀ ਜੱਫੀ ਪਾ ਕੇ ਜਿਹੜਾ ਉਹ ਰੋਇਆ। ਔਰ ਮੇਰੀ ਮਾਂ ਨੇ, ਕਿਉਂਕਿ ਮੇਰਾ ਦਿਲ ਸ਼ੁਰੂ ਤੋਂ ਬਹੁਤ ਵੱਡਾ ਰਿਹਾ, ਮੈਂ ਕਦੀ ਵੀ ਇੰਨਾ ਇਮੋਸ਼ਨਲ ਨਹੀਂ ਹੋਇਆ, ਔਰ ਪਹਿਲੀ ਵਾਰ ਉਸ ਟਾਈਮ ਮੈਂ ਆਊਟ ਆਫ ਕੰਟਰੋਲ ਹੋ ਕੇ ਆਪਣੀ ਮਾਂ ਨੂੰ ਜਿਹੜਾ ਗਲੇ ਨਾਲ ਲਾਇਆ। ਜੀ ਇਹ ਤੁਹਾਡਾ ਜ਼ਿੰਦਗੀ ਦਾ ਸਫ਼ਰ ਤੁਸੀਂ ਤੈਅ ਕੀਤਾ, ਮਾਂ ਦੇ ਚਰਨਾਂ ਵਿੱਚ ਤੁਸੀਂ ਆਪਣਾ ਸਿਰ ਝੁਕਾਇਆ, ਨਤਮਸਤਕ ਹੋਏ, ਮਾਤਾ ਦਾ ਪਿਆਰ ਗਲ ਬੱਕੜੀ ਵਿੱਚ ਲਿਆ, ਭੁੱਬਾ ਮਾਰ ਕੇ ਰੋਏ। ਦੁਨੀਆ ਦੇ ਵਿੱਚ ਇਹ ਤੁਹਾਡੀਆਂ ਜਿਹੜੀਆਂ ਉਸ ਸਮੇਂ ਦੇ ਪਲ ਨੇ, ਉਹ ਇਸ ਟੈਕਨੋਲੋਜੀ ਨੇ ਸਾਂਝੇ ਕੀਤੇ, ਔਰ ਇਸ ਟੈਕਨੋਲੋਜੀ ਦਾ ਬੜਾ ਫਾਇਦਾ ਹੋਇਆ। ਪਰ ਬਹੁਤ ਸਾਰੀਆਂ ਮਾਵਾਂ ਦੇ ਪੁੱਤ ਜਿਨ੍ਹਾਂ ਨੇ ਜਾ ਚੁੱਕੇ ਨੇ, ਜਾਂ ਫਿਰ ਕੁਝ ਹੋਰ ਵੀ ਐਸੀਆਂ ਮਾਵਾਂ ਹੋਣਗੀਆਂ, ਐਸੇ ਪੁੱਤ ਹੋਣਗੇ ਜੋ ਕਿ ਉਹ ਵੀ ਉਡੀਕ ਕਰਦੇ ਹੋਣਗੇ, ਉਹਨਾਂ ਨੂੰ ਵੀ ਮਿਲਾਵੀ ਰੱਬਾ, ਔਰ ਰੱਬ ਜਿਹੜਾ ਹੈ ਮੇਲ ਕਰਾਵੇ, ਔਰ ਗੁਰੂ ਬਾਰੀ ਬਖਸ਼ਿਸ਼ ਤੁਹਾਡੇ ਤੇ। ਤੁਸੀਂ ਜ਼ਿੰਦਗੀ ਦੇ ਵਿੱਚ ਆਪ ਜੀ ਨੇ ਕਦੋਂ ਫਿਰ ਕੀਰਤਨ ਜਿਹੜਾ ਹੈ ਉਹ ਸਿੱਖਿਆ, ਅਤੇ ਉਸ ਤੋਂ ਬਾਅਦ ਫਿਰ ਕੀਰਤਨੀ ਜੱਥਾ ਆਪ ਜੀ ਦਾ ਸੰਗਤਾਂ ਤੱਕ ਉਹਨਾਂ ਨੇ ਸਰਵਣ ਕਰਾਉਣਾ, ਗੁਰੂ ਦੀ ਬਾਣੀ ਨੂੰ ਸ਼ੁਰੂ ਕੀਤਾ? ਜੀ +2 ਤੋਂ ਬਾਅਦ ਜਦੋਂ ਮੈਂ ਤੁਹਾਨੂੰ ਦੱਸਿਆ ਕਿ ਮੈਂ ਪਤਿਤ ਪੁਣੇ ਵਿੱਚ ਜਾ ਚੁੱਕਾ ਸੀਗਾ, ਮੈਂ ਆਪਣੇ ਕੇਸ ਵੀ ਕਤਲ ਕਰਵਾਏ, ਔਰ ਉਸ ਤੋਂ ਬਾਅਦ ਜਦੋਂ ਮੈਂ ਮੈਰਿਜ ਹੋਈ ਤਾਂ ਮੈਰਿਜ ਤੋਂ ਬਾਅਦ ਅਚਾਨਕ ਗੁਰੂ ਸਾਹਿਬ ਨੇ ਮੇਰੇ ਤੇ ਬਖਸ਼ਿਸ਼ ਕੀਤੀ। ਮੈਂ ਅਕਾਲ ਤਖਤ ਸਾਹਿਬ ਤੋਂ ਅੰਮ੍ਰਿਤਪਾਨ ਛਕਿਆ, ਔਰ ਉਸ ਤੋਂ ਬਾਅਦ ਮੈਂ ਅਖੰਡ ਪਾਠ ਕਰਨੇ ਸ਼ੁਰੂ ਕੀਤੇ ਆਪਣੀ ਲਾਈਫ ਦੇ ਵਿੱਚ। ਅੱਜ ਤੋਂ 15-16 ਸਾਲ ਪਹਿਲਾਂ ਮੈਂ ਅਖੰਡ ਪਾਠੀ ਬੜਾ ਵਧੀਆ ਬਣਿਆ, ਔਰ ਮੈਂ ਉਸ ਸਮੇਂ ਤਕਰੀਬਨ ਕਾਫੀ ਸਟਰਗਲ ਕੀਤਾ, ਸਹਿਜ ਪਾਠ ਕਰਨੇ ਸ਼ੁਰੂ ਕੀਤੇ, ਔਰ ਮੈਂ ਅਖੰਡ ਪਾਠ ਤੋਂ ਜਦੋਂ ਹੌਲੀ ਮੂਵ ਕੀਰਤਨ ਲਾਈਨ ਦੇ ਵਿੱਚ ਹੋਇਆ ਤਾਂ ਮੇਰਾ ਇੰਟਰਸਟ ਕੀਰਤਨ ਦੇ ਵਿੱਚ ਬਣਿਆ। ਔਰ ਗੁਰੂ ਸਾਹਿਬ ਨੇ ਇੰਨੀ ਬਖਸ਼ਿਸ਼ ਕੀਤੀ ਕਿ 10 ਸਾਲਾਂ ਦੇ ਵਿੱਚ ਗੁਰੂ ਸਾਹਿਬ ਨੇ ਜਿਹੜਾ ਹੁਣ ਮੈਂ ਕੀਰਤਨ MA ਮਿਊਜ਼ਿਕ ਕਰ ਚੁੱਕਾ ਹਾਂ, ਔਰ ਗੁਰੂ ਸਾਹਿਬ ਨੇ ਦੇਸ਼ਾਂ ਵਿਦੇਸ਼ਾਂ ਵਿੱਚ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਆਪਣੇ ਚਰਨਾਂ ਦੇ ਵਿੱਚ, ਔਰ ਸ਼ਹੀਦਗੰਜ ਗੁਰਦੁਆਰਾ ਸਾਹਿਬ, ਬੰਗਲਾ ਸਾਹਿਬ, ਔਰ ਸਾਰੇ ਗੁਰੂ ਘਰਾਂ ਦੇ ਵਿੱਚ ਆਲ ਓਵਰ ਇੰਡੀਆ ਦੇ ਵਿੱਚ ਮੈਂ ਕੀਰਤਨ ਜਿਹੜਾ ਉਹ ਕਰ ਚੁੱਕਾ ਹਾਂ। ਔਰ ਉਹਦੇ ਨਾਲ ਗੁਰੂ ਸਾਹਿਬ ਨੇ ਜੋ ਸੇਵਾ ਦਾ ਮੌਕਾ ਬਖਸ਼ਿਸ਼ ਕੀਤਾ ਖਾਲਸਾ ਏਡ ਦੇ ਵਿੱਚ, ਔਰ ਭਾਈ ਕਨਈਆ ਜੀ NGO ਦੇ ਵਿੱਚ ਮੈਂ ਇੱਥੋਂ ਗੁਰਦਾਸਪੁਰ ਦੇ ਪ੍ਰੈਜ਼ੀਡੈਂਟ ਆ, ਔਰ ਦੀ ਬਲੱਡ ਡੋਨੇਸ਼ਨ ਟੀਮ ਪੂਰੇ ਪੰਜਾਬ ਦੇ ਵਿੱਚ ਅਸੀਂ ਟੀਮ ਬਣਾਈ ਹੋਈ ਹੈ ਕਿ ਜਿੱਥੇ ਵੀ ਕਿਸੇ ਨੂੰ ਬਲੱਡ ਦੀ ਲੋੜ ਆ, ਉਹ ਸਾਡੀ ਟੀਮ ਜਿਹੜੀ ਆ ਵਿਦਿਨ 15-20 ਮਿੰਟ ਦੇ ਵਿੱਚ ਉਹ ਜਿਸ ਨੂੰ ਜ਼ਰੂਰਤ ਹੈ ਉਹ ਬਲੱਡ ਪਹੁੰਚਾਉਂਦੀ ਹੈ। ਔਰ ਉਹਦੇ ਨਾਲ ਵੀ ਕਈ ਜਿਹੜੇ ਹੋਰ ਸੋਸ਼ਲ ਵਰਕ ਜਿਹੜੇ ਉਹ ਚੱਲ ਰਹੇ ਆ। ਔਰ ਮੈਂ ਇਹ ਵੀ ਕਹਿਣਾ ਚਾਹਾਂਗਾ ਕਿ ਇਸ ਜੋ ਪਿਛਲੇ 4-5 ਦਿਨਾਂ ਤੋਂ ਮੇਰੀ ਨਿਊਜ਼ ਜਾਂ ਜਿਸ ਤਰ੍ਹਾਂ ਵੀ ਸਾਰਿਆਂ ਨੂੰ ਪਤਾ ਚੱਲੀ ਆ, ਔਰ ਬਹੁਤ ਸਾਰੀਆਂ ਮਾਵਾਂ ਭੈਣਾਂ ਅਮਰੀਕਾ, ਕੈਨੇਡਾ, ਹਰ ਦੇਸ਼ ਦੇ ਕੋਨੇ ਦੇ ਵਿੱਚੋਂ ਮੈਨੂੰ ਪੰਜਾਬ ਦੇ ਵਿੱਚੋਂ ਵੀ ਫੋਨ ਆ ਰਹੇ ਨੇ, ਜਿਨ੍ਹਾਂ ਦੇ ਨਾਲ ਕਾਸ਼ ਮੇਰੇ ਵਰਗੀ ਹਿਸਟਰੀ ਕ੍ਰੀਏਟ ਹੋਈ ਹੈ, ਜਿਨ੍ਹਾਂ ਦੇ ਪੁੱਤ ਸਮਾਜ ਦੀਆਂ ਕੁਰੀਤੀਆਂ ਦੇ ਕਰਕੇ ਦੂਰ ਹੋਏ ਨੇ, ਜੋ ਇੱਕ ਸਾਨੂੰ ਚੰਬੜਿਆ ਹੋਇਆ ਪੰਜਾਬੀਆਂ ਨੂੰ ਕਿ ਤਲਾਕ ਦੀ ਨੌਬਤ ਤੱਕ ਆ ਜਾਂਦੀ ਹੈ ਵਿਆਹ ਦੇ ਕੁਝ ਸਮੇਂ ਬਾਅਦ, ਔਰ ਉਹ ਪੁੱਤ ਜਿਹੜੇ ਆ ਸਾਡੇ ਆਪਸੀ ਨਫ਼ਰਤਾਂ ਦੇ ਕਰਕੇ, ਆਪਸੀ ਰਿਸ਼ਤਿਆਂ ਦੇ ਕਰਕੇ ਜਿਹੜੇ ਇੱਕ ਪੁੱਤ ਆਪਣੀਆਂ ਮਾਵਾਂ ਦੇ ਨਾਲੋਂ ਵਿਛੜ ਜਾਂਦੇ ਆ। ਸੋ ਇਹ ਬਹੁਤ ਵੱਡਾ ਸਾਡੇ ਵਾਸਤੇ ਤਰਾਸਦੀ ਦੀ ਗੱਲ ਆ, ਸਾਡੇ ਪੰਜਾਬ ਵਾਸਤੇ, ਸਾਡੇ ਵਾਸਤੇ, ਔਰ ਉਹਨਾਂ ਵਾਸਤੇ ਵੀ ਅਸੀਂ ਜਲਦ ਤੋਂ ਜਲਦ ਇੱਕ ਟੀਮ ਬਣਾ ਕੇ ਪੂਰੇ ਪੰਜਾਬ ਲੈਵਲ ਤੱਕ ਜਿਹੜੀਆਂ ਮਾਵਾਂ ਭੈਣਾਂ ਦੇ ਸਾਨੂੰ ਫੋਨ ਆਏ ਨੇ, ਸਾਡੇ ਕੋਲ ਉਹ ਪੂਰੀ ਲਿਸਟ ਬਣੀ ਹੋਈ ਹੈ। ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਉਹਨਾਂ ਰਿਸ਼ਤਿਆਂ ਨੂੰ ਦੁਬਾਰਾ ਜਿਹੜੀ ਆ ਉਹ ਸੁਮੇਲਨ ਦੀ, ਮਿਲਾਪ ਦੀ ਜਿਹੜੀ ਪ੍ਰਤੀਕਿਰਿਆ ਅਸੀਂ ਸ਼ੁਰੂ ਕਰੀਏ ਪੂਰੇ ਵੱਡੇ ਲੈਵਲ ਤੇ। ਭਾਈ ਜੀ ਇੱਕ ਕੁਝ ਸਮਾਂ ਮੈਂ ਹੋਰ ਲਵਾਂਗਾ ਆਪ ਜੀ ਦਾ। ਮਿਲੀਅਨਸ ਲੋਕ ਇਸ ਨੂੰ ਵਾਚ ਕਰਨ ਲਾਈਵ ਆਪ ਜੀ ਨੂੰ, ਔਰ ਅੱਲੇ ਜ਼ਖਮਾਂ ਨੂੰ ਛੇੜਨਾ ਨਹੀਂ, ਬਟ ਅਸੀਂ
ਤੁਹਾਡੀ ਜ਼ਿੰਦਗੀ ਜਿਹੜੀ ਆਉਣ ਵਾਲੀ ਖੁਸ਼ੀਆਂ ਵਾਲੀ ਹੋਵੇ। ਸੋ ਮਾਤਾ ਜੀ ਨੂੰ ਫਿਰ ਉਡੀਕ ਹੋਵੇਗੀ, ਉਹਨਾਂ ਨੂੰ ਪਤਾ ਹੋਵੇਗਾ ਜਿਸ ਤਰ੍ਹਾਂ ਤੁਹਾਡੇ ਲਈ ਇਸ ਜ਼ਿੰਦਗੀ ਦੀ ਲੰਬੀ ਰਾਤ ਬਣੀ ਤਾਂ ਇਸ ਤਰ੍ਹਾਂ ਤੁਹਾਡੀ ਮਾਤਾ ਜੀ ਵਾਸਤੇ ਵੀ ਲੰਬੀ ਰਾਤ ਹੋਣੀ ਆ ਕਿ ਮੈਂ ਕਿਹੜੇ ਵੇਲੇ ਕਦੋਂ ਆਪਣੇ ਪੁੱਤ ਨੂੰ ਮਿਲੂੰਗੀ ਤੇ ਕਦੋਂ ਗਲਵੱਕੜੀ ਵਿੱਚ ਲਾਉਂਗੀ। ਤਾਂ ਮਾਤਾ ਫਿਰ ਆਪਣੇ ਪੇਕੇ ਪਿੰਡ अर्ਲੀ ਮਾਰਨਿੰਗ ਫਿਰ ਆ ਜਾਂਦੀ ਆ ਔਰ ਨਾਲ ਉਹ ਆਪਣੇ ਧੀਆਂ ਅਤੇ ਉਸ ਤੁਹਾਡੇ ਭਰਾ ਨੂੰ ਵੀ ਨਾਲ ਲੈ ਕੇ ਆਉਂਦੀ ਆ ਜਾਂ ਇਕੱਲੀ ਆਉਂਦੀ ਆ? ਨਹੀਂ ਵੀਰ ਜੀ, ਮੈਂ ਦੱਸਿਆ ਸੀਗਾ ਕਿ ਮੈਨੂੰ ਪਤਾ ਸੀ ਕਿ ਮੈਂ ਆਪਣੀ ਮਾਂ ਤੱਕ ਪਹੁੰਚ ਚੁੱਕਾ ਹਾਂ, ਲੇਕਿਨ ਮੈਂ ਮਨਾ ਕੀਤਾ ਸੀ ਕਿ ਮੰਮਾ ਨੂੰ ਅਜੇ ਤੱਕ ਮੇਰੇ ਬਾਰੇ ਨਹੀਂ ਦੱਸਣਾ ਤੁਸੀਂ। ਆਈ ਸੀ। ਕਿਉਂਕਿ ਮੈਂ ਅਚਾਨਕ ਸਵੇਰੇ ਹੀ ਉਹਨਾਂ ਨੂੰ ਜਾ ਕੇ ਮਿਲਿਆ ਔਰ ਮੇਰੀ ਮਾਂ ਕਿਸੇ ਬਹਾਨੇ ਦੇ ਨਾਲ ਉਹਨਾਂ ਨੂੰ ਆਪਣੇ ਘਰ ਵਿੱਚ ਸ਼ਾਮ ਨੂੰ ਦੱਸਿਆ ਨਹੀਂ ਕਿ ਸਰਪ੍ਰਾਈਜ਼ ਸੀਗਾ ਕਿ ਤੁਸੀਂ ਉਹਨਾਂ ਨੂੰ ਨਹੀਂ ਪਤਾ ਕਿ ਤੁਸੀਂ ਆਪਣੇ ਅੱਜ ਮੈਂ ਚੱਲੀ ਪੇਕਿਆਂ ਨੂੰ ਤਾਂ ਪੇਕਿਆਂ ਤੋਂ ਆਪਣੇ ਸੋਨੂ ਨੂੰ ਮੈਂ ਮਿਲਣਾ ਜਾ ਕੇ, ਇਹ ਨਹੀਂ ਸੀ ਦੱਸਿਆ ਜੀ। ਉਹਨਾਂ ਨੂੰ ਇਸ ਚੀਜ਼ ਦਾ ਕੋਈ ਵੀ ਗਿਆਨ ਨਹੀਂ। ਤੇ ਤੁਹਾਡਾ ਜਨਮ ਸੋਨੂ ਜੀ, ਕਿਉਂਕਿ ਜਿਹੜਾ ਪਹਿਲਾ ਬੱਚਾ ਹੁੰਦਾ ਹਮੇਸ਼ਾ ਨਾਨਕੇ ਪਿੰਡ ਹੁੰਦਾ, ਤੇ ਤੁਹਾਡਾ ਫਿਰ ਜਨਮ ਵੀ ਇਸ ਪਿੰਡ ਵਿੱਚ ਹੋਇਆ ਸੀ, ਇਸ ਘਰ 'ਚ ਹੋਇਆ ਸੀ? ਜੀ ਮੇਰੇ ਨਾਨੀ ਜੀ ਦੱਸ ਰਹੇ ਆ ਕਿ ਹਾਂ ਤੇਰਾ ਜਨਮ ਜਿਹੜਾ ਆ ਜਨਮ ਤੋਂ ਬਾਅਦ ਤੇਰੀ ਮਾਂ ਜਨਮ ਤੋਂ ਪਹਿਲਾਂ ਇੱਥੇ ਸੀਗੀ ਔਰ ਤੈਨੂੰ ਮੈਂ 6-7 ਮਹੀਨੇ ਖਿਡਾਇਆ ਆਪਣੀ ਗੋਦ 'ਚ, ਮੇਰੀ ਨਾਨੀ ਨੇ ਦੱਸਿਆ। ਜਨਮ ਜਣ ਕੇ ਜੇ ਤੁਹਾਡਾ ਨਾਨਕੇ ਪਿੰਡ ਹੋਇਆ ਤੁਹਾਡਾ? ਜੀ ਜੀ ਜੀ, ਉਸ ਪਿੰਡ ਦੇ ਵਿੱਚ ਹੀ ਤੁਹਾਡਾ ਮੇਲ ਤੁਹਾਡੀ ਮਾਦਰ ਦੇ ਨਾਲ ਹੁੰਦਾ ਹੈ। ਸੋ ਆਪ ਜੀ ਮਾਤਾ ਜੀ ਨੂੰ ਆਪਣੇ ਕਾਦੀਆਂ ਲੈ ਕੇ ਆਏ ਹੋ ਔਰ ਬਹੁਤ ਵੱਡੀ ਗਿਣਤੀ ਵਿੱਚ ਪਿੰਡ ਅਤੇ ਆਲੇ ਦੁਆਲੇ ਪਿੰਡਾਂ ਦੇ ਪਰਿਵਾਰਾਂ ਨੇ ਅਤੇ ਜਿੰਨੇ ਵੀ ਜੱਥੇ ਨੇ ਵੱਧ ਤੋਂ ਵੱਧ ਸੰਗਤਾਂ ਨੇ ਸਰੋਪਾ ਜਿਹੜਾ ਹੈ ਉਹ ਬਖਸ਼ਿਸ਼ ਕੀਤੀ ਹੈ, ਗੁਰੂ ਮਹਾਰਾਜ ਦੀ ਚਰਨਾਂ ਵਿੱਚ ਅਰਦਾਸ ਕੀਤੀ ਹੈ, ਬਾਹਰਲੇ ਮੁਲਕਾਂ ਵਿੱਚ ਵੀ ਅਰਦਾਸ ਕੀਤੀ ਹੈ, ਵਾਹਿਗੁਰੂ ਸੱਚੇ ਪਾਤਸ਼ਾਹ ਤੰਦਰੁਸਤ ਰੱਖੇ। ਹੁਣ ਤੁਹਾਡੀ ਜ਼ਿੰਦਗੀ ਜਿਹੜੀ ਹੈ ਕਿਵੇਂ ਕਿਸ ਤਰ੍ਹਾਂ ਆਪਣੀ ਮਾਤਾ ਦੇ ਨਾਲ ਤੁਸੀਂ ਜਿਹੜੀ ਹੈ ਸ਼ੁਰੂ ਕਰੋਗੇ? ਜੀ ਦੇਖੋ ਜੀ, ਮੈਂ ਜਿਸ ਮਾਂ ਦੀ ਭਾਲ ਦੇ ਵਿੱਚ 35 ਸਾਲਾਂ ਦੀ ਵੇਟ ਸਾਡੀ ਹੋਈ ਹੈ ਖਤਮ ਅੱਜ, ਤੇ ਮੈਂ ਆਪਣੇ ਰੱਬ ਰੂਪੀ ਮਾਂ ਨੂੰ ਆਪਣੇ ਚਰਨਾਂ ਆਪਣੇ ਗ੍ਰਹਿ ਦੇ ਵਿੱਚ ਉਹਨਾਂ ਨੂੰ ਕੱਲ ਪ੍ਰਵੇਸ਼ ਉਹਨਾਂ ਨੇ ਕੀਤਾ, ਮੇਰੇ ਗ੍ਰਹਿ ਨੂੰ ਪਵਿੱਤਰ ਕੀਤਾ ਆ। ਔਰ ਦੇਖੋ ਉਹਨਾਂ ਦੇ ਅੱਗੋਂ ਮੇਰੀਆਂ ਜਿਹੜੀਆਂ 3 ਭੈਣਾਂ ਆ ਔਰ ਉਹ ਤਿੰਨੋਂ ਹੀ ਮੈਰਿਡ ਆ ਔਰ ਇੱਕ ਬੇਟਾ ਆ ਜਿਸ ਦਾ ਨਾਮ ਨੂਰ ਆ, ਉਹ ਮੇਰੀ ਮਾਂ ਔਰ ਉਹ ਨੂਰ ਬੇਟਾ ਜਿਹੜਾ ਆ ਉਹ ਸਮਾਣਾ ਸਿਟੀ ਦੇ ਵਿੱਚ ਰਹਿ ਰਹੇ ਸੀਗੇ ਔਰ ਮੇਰਾ ਨਾਨਕਾ ਪਰਿਵਾਰ ਹੀ ਉਹਨਾਂ ਦੀ ਸਾਰੀ ਟੇਕ ਕੇਅਰ ਕਰਦਾ, ਮੇਰੀਆਂ ਮਾਸੀਆਂ ਔਰ ਮੇਰੇ ਮਾਮਾ ਜੀ ਮੇਰੇ ਨਾਨੀ ਜੀ ਉਹੀ ਉਹਨਾਂ ਦੋਵਾਂ ਮਾਂ ਪੁੱਤਾਂ ਨੂੰ ਜਿਹੜਾ ਟੇਕ ਕੇਅਰ ਹੁਣ ਤੱਕ ਕਰਦੇ ਆ ਰਹੇ ਨੇ। ਔਰ ਮੇਰੇ ਮਾਮਾ ਜੀ ਔਰ ਮਾਸੀ ਜੀ ਕਹਿ ਰਹੇ ਸੀ ਕਿ ਆਪਾਂ ਨੂਰ ਨੂੰ ਜਿਹੜਾ 10th ਉਹਦੀ ਹੋ ਗਈ ਹੈ ਔਰ ਉਹਨੂੰ 1-2 ਸਾਲ ਦੇ ਵਿੱਚ ਆਪਾਂ ਜਿਹੜਾ ਆ ਫੋਰਨ ਦੇ ਵਿੱਚ ਕਿਤੇ ਨਾ ਕਿਤੇ ਸੈੱਟ ਕਰਾਂਗੇ ਔਰ ਉਸ ਤੋਂ ਬਾਅਦ ਪੂਰਨ ਤੌਰ ਤੇ ਮੇਰੀ ਮਾਤਾ ਜਿਹੜੀ ਉਹ ਮੇਰੇ ਕੋਲ ਰਹਿਣਗੇ। ਹੁਣ ਮਾਤਾ ਜੀ ਨੂੰ ਮੈਂ ਆਪਣੇ ਕੋਲ ਰਹਿ ਕੇ ਆਇਆ ਵਾਂ, ਮੈਂ ਆਪਣੇ ਬਿਹਾਫ ਤੇ ਮੇਰੇ ਨਾਨਕਾ ਪਰਿਵਾਰ ਨੇ ਕਾਫੀ ਉਹਨਾਂ ਦਾ ਹੁਣ ਤੱਕ ਸਾਥ ਦਿੱਤਾ ਆ, ਉਹਨਾਂ ਦੇ ਆਪਰੇਟ ਤੱਕ ਕਰਵਾਏ ਨੇ 3 PGI ਦੇ ਵਿੱਚੋਂ, ਕੋਲੰਬੀਆ ਹਸਪੀਟਲ ਦੇ ਵਿੱਚੋਂ ਕਰਵਾਏ ਨੇ। ਬਟ ਮੈਂ ਵੀ ਇੱਕ ਵਾਰੀ ਚਾਹਾਂਗਾ ਕਿ ਮੈਂ ਆਪਣੇ ਬਿਹਾਫ ਤੇ ਜਿਹੜੇ ਮੇਰੇ ਫਰੈਂਡਸ ਕਈ ਡਾਕਟਰ ਨੇ ਬਹੁਤ ਵੱਡੇ ਲੈਵਲ ਤੇ, ਮੈਂ ਉਹਨਾਂ ਨੂੰ ਇੱਕ ਵਾਰੀ ਸਵੇਰੇ ਚੈੱਕਅਪ ਵਾਸਤੇ ਆਪਣੀ ਮਾਂ ਨੂੰ ਲੈ ਕੇ ਜਾ ਰਿਹਾ ਕਿਉਂਕਿ ਉਹਨਾਂ ਦੀ ਸਿਹਤ ਇੰਨੀ ਵਧੀਆ ਕੰਡੀਸ਼ਨ ਦੇ ਵਿੱਚ ਨਹੀਂ ਹੈ। ਉਹਨਾਂ ਦੀ ਬਹੁਤ ਸਾਰੇ ਦੁੱਖ ਜਿਹੜੇ ਨੇ ਉਹ ਜਿਹੜੇ ਮਲਟੀਪਲ ਜਿਹੜੀਆਂ ਪ੍ਰੋਬਲਮਸ ਬੋਡੀ ਵਿੱਚ ਆਈਆਂ ਹੋਣੀਆਂ ਉਹਦੇ ਤੁਸੀਂ ਇਕੱਠੇ ਹੋ ਗਏ ਤਾਂ ਉਹ ਆਪਣੇ ਆਪ ਦੂਰ ਹੋ ਜਾਣਗੀਆਂ, ਹੋ ਗਈਆਂ ਹੋਣੀਆਂ। ਅੱਛਾ, ਇੱਕ ਹੋਰ ਸਵਾਲ ਹੈ। ਸੋ ਪਤਾ ਲੱਗਾ ਸੀਗਾ ਕਿ ਤੁਹਾਡੇ ਮਾਤਾ ਜੀ ਆਪਣੀ ਜ਼ਿੰਦਗੀ ਨੂੰ ਅੱਗੇ ਤੋਰਨ ਲਈ, ਬੱਚਿਆਂ ਦਾ ਪਾਲਣ ਪੋਸ਼ਣ ਕਰਨ ਲਈ ਆਪਣੇ ਰੁਜ਼ਗਾਰ ਵਾਸਤੇ ਕੋਈ ਮਿਹਨਤ ਕਰ ਰਹੀ ਸੀ, ਕੰਮ ਕਰ ਰਹੀ ਸੀ, ਕੋਈ 4-5-6 ਹਜ਼ਾਰ ਰੁਪਏ ਤੇ? ਔਰ ਜੀ ਮੈਂ ਤੁਹਾਨੂੰ ਦੱਸ ਰਿਹਾ ਕਿ ਮੇਰੇ ਬਾਕੀ ਪਰਿਵਾਰ ਸਾਰਾ ਵੈਲ ਸੈਟਲਡ ਹੈ ਔਰ ਉਹ ਸਾਰਾ ਮੇਰੀ ਮਾਂ ਦਾ ਸਾਥ ਹੁਣ ਤੱਕ ਦਿੰਦੇ ਆ ਰਹੇ ਨੇ। ਬਟ ਫਿਰ ਵੀ ਮੇਰੀ ਮਾਂ ਦਾ ਇਹ ਕਹਿਣਾ ਸੀ ਕਿ ਮੈਂ ਕਦੀ ਵੀ ਕਿਸੇ ਤੇ ਡਿਪੈਂਡ ਨਹੀਂ ਹੋਈ, ਮੈਂ ਕਿਸੇ ਤੇ ਬੋਝ ਨਹੀਂ ਬਣਨਾ ਚਾਹੁੰਦੀ। ਮੇਰੀ ਮਾਂ ਦੀ ਲੱਤ ਟੁੱਟਣ ਤੋਂ ਉਪਰੰਤ ਵੀ ਉਹਨਾਂ ਨੇ ਦੱਸਿਆ ਕਿ ਮੈਂ ਫੈਕਟਰੀ ਦੇ ਵਿੱਚ ਵਾਕਰ ਦੇ ਨਾਲ ਜਾ ਕੇ 6000 ਰੁਪਏ ਤੇ ਉਹ ਪਰ ਮੰਥ ਨੌਕਰੀ ਜਿਹੜੀ ਉਹ ਕਰਦੇ ਰਹੇ ਆ। ਹੁਣ ਤੱਕ ਕੰਮ ਕਰਦੇ ਰਹੇ ਜੀ। ਤਾਂ ਇਹ ਵੀ ਦੱਸਿਆ ਕਿ ਤੁਹਾਡਾ ਬ੍ਰਦਰ ਜਿਹੜਾ ਆ ਉਹ 10ਵੀਂ ਕਲਾਸ ਵਿੱਚ ਆ, ਉਹ ਵੀ 3-4 ਹਜ਼ਾਰ ਰੁਪਈਆ ਪਾਰਟ ਟਾਈਮ ਨਾਲੇ ਪੜ੍ਹਦਾ ਤੇ ਨਾਲੇ ਫਿਰ ਉਹ ਨੌਕਰੀ ਕਰਦਾ, ਇਹ ਸੱਚ ਹੈ? ਜੀ ਉਹਨਾਂ ਨੇ ਜਦੋਂ ਉਹ ਥੋੜਾ ਉਹਨੂੰ ਸਮਝ ਆਉਂਦੀ ਹੈ, ਉਹ ਬੱਚਾ ਵੀ ਬਹੁਤ ਨਾਈਸ ਆ ਨੂਰ, ਔਰ ਉਹਨੇ ਕਿਹਾ ਕਿ ਮਾਂ ਹੁਣ ਤੈਨੂੰ ਕੰਮ ਕਰਨ ਦੀ ਲੋੜ ਨਹੀਂ ਹੈ, ਮੈਂ ਜਿੰਨਾ ਕੁ ਤੂੰ ਕਮਾਨੀ ਆ ਉਹਨਾਂ ਕੁ ਹੁਣ ਮੈਂ ਕਮਾ ਕੇ ਆਪਣਾ ਘਰ ਦਾ ਗੁਜ਼ਾਰਾ ਜਿਹੜਾ ਵਧੀਆ ਚਲਾ ਸਕਦਾ। ਇਸ ਕਰਕੇ ਉਸਨੇ ਜਿਹੜਾ ਉਹ ਕੰਮ ਜਿਹੜਾ ਉਹ ਸ਼ੁਰੂ ਕੀਤਾ ਨਾਲ ਪਾਰਟ ਟਾਈਮ। ਭਾਈ ਜਗਜੀਤ ਸਿੰਘ, ਤੁਸੀਂ ਫਿਰ ਨੂਰ ਨੂੰ ਵੀ ਗਲਵੱਕੜੀ ਵਿੱਚ ਲੈ ਚੁੱਕੇ ਹੋ? ਬਿਲਕੁਲ ਜੀ, ਉਹ ਮੇਰਾ ਛੋਟਾ ਭਰਾ ਆ। ਮੇਰੇ ਬਣਦੇ ਫਰਜ਼ ਜਿਹੜੇ ਹੁਣ ਤੱਕ ਨੇ ਉਹ ਸਾਰੇ ਮੈਂ ਬਖੂਬੀ ਉਹਦੇ ਨਾਲ, ਆਪਣੇ ਜਿਹੜੀਆਂ ਭੈਣਾਂ ਮੈਨੂੰ ਮਿਲੀਆਂ ਨੇ, ਮੇਰੀਆਂ ਮਾਸੀਆਂ ਮਿਲੀਆਂ ਨੇ, ਮੇਰਾ ਛੋਟਾ ਭਰਾ ਮਿਲਿਆ ਆ, ਜਿੱਥੇ ਜਿੱਥੇ ਜਿਹੜੇ ਰਿਸ਼ਤੇ ਦੀ ਜਿੰਨੀ ਅਹਿਮੀਅਤ ਹੈ ਮੈਂ ਪੂਰੀ ਕੋਸ਼ਿਸ਼ ਕਰਾਂਗਾ ਉਸ ਰਿਸ਼ਤਿਆਂ ਤੇ ਪੂਰਾ ਉਤਰਨ ਦੀ। ਜੇ ਤੁਸੀਂ ਮੈਨੂੰ 10 ਮਿੰਟ ਦੀ ਆਗਿਆ ਦਿਓ, ਕਿਉਂਕਿ ਬਹੁਤ ਸਾਰੇ ਪਰਿਵਾਰ ਜਿਹੜੇ ਨੇ ਉਸ ਵਿਛੋੜੇ ਤੇ ਆਪਣੇ ਕੰਸਰਨ ਰੱਖਦੇ ਨੇ, ਬੜੇ ਭਾਵੁਕ ਨੇ ਅਤੇ ਆਪ ਜੀ ਦੇ ਨਾਲ ਸਾਂਝ ਪੈਦਾ ਕਰਨੇ ਚਾਹੁੰਦੇ ਨੇ ਕਿ ਤੁਹਾਡੀ ਲੰਬੀ ਉਮਰ ਹੋਵੇ,
ਤੁਹਾਡੀ ਮਾਤਾ ਜੀ ਦੀ ਲੰਬੀ ਉਮਰ ਹੋਵੇ, ਤੰਦਰੁਸਤੀ ਵਾਲੀ ਹੋਵੇ ਤੇ ਆਉਣ ਵਾਲਾ ਸਮਾਂ ਤੁਹਾਨੂੰ ਵਾਹਿਗੁਰੂ ਸੱਚੇ ਪਾਤਸ਼ਾਹ ਤੰਦਰੁਸਤ ਰੱਖੇ ਅਤੇ ਵਾਹਿਗੁਰੂ ਦੀ ਕਿਰਪਾ ਰਹੇ ਤੁਹਾਡੇ ਤੇ। ਔਰ ਮੇਰੇ ਖਿਆਲ ਕਿ ਮੈਂ ਕੁਝ ਮਿੰਟ ਤੁਹਾਡੇ ਲੈਣੇ ਚਾਹੁੰਦਾ, ਸਾਡੇ ਦੁਨੀਆ ਦੇ ਲੋਕ ਤੁਹਾਨੂੰ ਕੁਝ ਮਿੰਟ ਲਈ ਗੱਲਬਾਤ ਕਰਨੀ ਚਾਹੁੰਦੇ ਨੇ, ਤੁਸੀਂ ਮੈਨੂੰ ਆਗੇ ਦਿਓ ਕਿ 5-7 ਮਿੰਟ ਤੁਸੀਂ ਥਕਾਵਟ ਵਿੱਚ ਹੋਵੋਗੇ ਜ਼ਰੂਰ। ਸੋ ਮੈਂ ਕਮਿਊਨਿਟੀ ਨੂੰ ਬੇਨਤੀ ਕਰ ਰਿਹਾ ਤੁਹਾਡੇ ਨਾਲ ਕੁਝ ਮਿੰਟ ਲਈ ਆਪਣੇ ਬੋਲ ਸਾਂਝੇ ਕਰਨਗੇ। ਇਸ ਮੈਂ ਕਹਿ ਸਕਦਾ ਕਿ ਵਿਛੋੜਾ ਤੁਹਾਡਾ ਖਤਮ ਹੋਇਆ, ਵਾਹਿਗੁਰੂ ਨੇ ਕੀਤਾ, ਔਰ ਆਉਣ ਵਾਲਾ ਸਮਾਂ ਖੁਸ਼ੀਆਂ ਵਾਲਾ ਹੋਵੇ, ਭਾਗਾਂ ਵਾਲਾ ਹੋਵੇ। ਅੱਜ ਤੁਸੀਂ ਤਰੱਕੀ ਕਰੋ, ਤੁਹਾਡੀ ਸਿਹਤ ਨਿਰੋਈ ਹੋਵੇ, ਤੰਦਰੁਸਤ ਹੋਵੇ। ਅਸੀਂ ਇਹ ਅਰਦਾਸ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਕਰਦੇ ਹਾਂ। ਕੁਝ ਮਿੰਟ ਲਾਈਨ ਹੋਲਡ ਰੱਖੋ ਭਾਈ ਜਗਜੀਤ ਸਿੰਘ ਜੀ। ਹੁਣ ਸਾਡੇ ਕੈਨੇਡਾ ਦੇ, ਅਮਰੀਕਾ ਦੇ, ਇੰਗਲੈਂਡ ਦੇ ਲੋਕ ਤੁਹਾਡੇ ਨਾਲ ਗੱਲ ਕਰਨੀ ਚਾਹਣਗੇ ਜ਼ਰੂਰ। ਸੋ ਮੈਂ ਕਮਿਊਨਿਟੀ ਨੂੰ ਬੇਨਤੀ ਕਰਨਾ ਚਾਹਾਂਗਾ ਕਿ ਇਸ ਵੇਲੇ ਮੇਰੇ ਲਾਈਨ ਤੇ ਭਾਈ ਸਾਹਿਬ ਜਗਜੀਤ ਸਿੰਘ ਜੀ ਨੇ, ਜੋ 35 ਸਾਲ ਬਾਅਦ ਆਪਣੀ ਮਾਤਾ ਜੀ ਨੂੰ ਮਿਲੇ ਨੇ। ਤੇ ਦਿਲੋਂ ਕਿ ਸੇਵਾ ਨੂੰ ਲੱਗਦਾ ਹੈ ਮੇਵਾ, ਜ਼ਿੰਦਗੀ ਵਿੱਚ ਸੇਵਾ ਕਰੋਗੇ, ਤੁਹਾਡੀ ਜ਼ਿੰਦਗੀ ਦੀਆਂ ਹਰ ਖੁਸ਼ੀਆਂ ਤੁਹਾਨੂੰ ਮਿਲਣਗੀਆਂ, ਹਰ ਵਿਛੋੜਾ ਦੂਰ ਹੋਵੇਗਾ, ਹਰ ਜਿਹੜੀ ਹੈ ਤੁਹਾਡੀ ਜ਼ਿੰਦਗੀ ਦੀ ਵਾਹਿਗੁਰੂ ਸੱਚੇ ਪਾਤਸ਼ਾਹ ਲੋੜ ਹਮੇਸ਼ਾ ਹੀ ਪੂਰੀ ਕਰਦਾ ਹੈ। ਇਸ ਤੋਂ ਵੱਡੀ ਗੱਲ ਹੋਰ ਕੀ ਕਰ ਸਕਦਾ ਹੈ ਗੁਰੂ, ਜਿਸ ਦੀ ਮਾਂ ਇੰਨੇ ਸਾਲਾਂ ਬਾਅਦ ਮਿਲੇ। ਇਹ ਤੋਂ ਵੱਡੀ ਮੇਰੇ ਖਿਆਲ ਕਿ ਹੋਰ ਕੋਈ ਚਮਤਕਾਰ ਨਹੀਂ ਹੋ ਸਕਦਾ। ਸੋ ਇਹ ਸਮਝੋ ਕਿ ਇੱਕ ਚਮਤਕਾਰ ਹੈ, ਇਹ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਅਪਾਰ ਕਿਰਪਾ ਹੋਈ ਹੈ। ਔਰ ਮੈਂ ਚਾਹਾਂਗਾ ਕਿ ਮੇਰੇ ਸੁਣਨ ਵਾਲੇ ਸੋਚੇ ਕਿਸ ਨੇ ਕੋਈ ਵੀ ਗੱਲਬਾਤ ਕਰਨੀ ਭਾਈ ਜਗਜੀਤ ਸਿੰਘ ਜੀ ਦੇ ਨਾਲ ਇਸ ਮੌਕੇ ਤੇ। ਮੈਂ ਤੁਹਾਨੂੰ ਟਾਈਮ ਦੇ ਰਿਹਾ, ਟਾਈਮ ਮੈਂ 5 ਮਿੰਟ ਦੇਵਾਂਗਾ, ਤੋਂ ਵੱਧ ਨਹੀਂ ਦੇਵਾਂਗਾ। ਆਓ ਕਾਲ ਕਰੋ, ਮੈਂ